ਦੋਸਤੋ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ASP TV। ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ 69 ਲਾਈਵ ਲੈ ਕੇ। ਸੋ ਪੰਜਾਬ ਦੇ ਵਿੱਚ ਚੱਲ ਰਿਹਾ ਕਿਸਾਨੀ ਘੋਲ, ਅਤੇ ਕਿਸਾਨੀ ਘੋਲ ਦੀਆਂ ਕਈ ਪਰਤਾਂ ਨੇਗੀਆਂ। ਕਿਸਾਨੀ ਘੋਲ ਜਿੱਥੇ ਲੋਕਾਂ ਨੂੰ ਸੰਗਠਿਤ ਕਰ ਰਿਹਾ, ਲੋਕਾਂ ਨੂੰ ਕੇਂਦਰ ਦੇ ਧੱਕੇ ਦੇ ਪ੍ਰਤੀ ਜਾਗਰੂਕ ਕਰ ਰਿਹਾ ਹੈ, ਕੇਂਦਰ ਦੇ ਪ੍ਰਤੀ ਲੜਨ ਦੀ ਜਿਹੜੀ ਇੱਕ ਸ਼ਕਤੀ ਆ ਉਹ ਦੇ ਰਿਹਾ ਹੈ। ਅਤੇ ਉਹਦੇ ਨਾਲ ਇਸ ਸੰਘਰਸ਼ ਦੇ ਵਿੱਚ ਇੱਕ ਅਜਿਹੀ ਸੋਚ ਵੀ ਉੱਭਰੀ ਹੈ ਵੀ ਜਿਹੜਾ ਅਸੀਂ ਪੰਜਾਬ ਦੀ ਧਰਤੀ ਨੂੰ ਖਰਾਬ ਕਰ ਲਿਆ, ਪੰਜਾਬ ਦੇ ਪਾਣੀਆਂ ਨੂੰ ਖਰਾਬ ਕਰ ਲਿਆ। ਇਹ ਸੈਂਟਰ ਦੇ ਜਿਹੜੇ ਕਹਿ ਸਕਦੇ ਹਾਂ ਹਰੀ ਕ੍ਰਾਂਤੀ ਦੇ ਨਾਮ ਦੇ ਉੱਪਰ ਜੋ ਕੁਛ ਪਿਛਲੇ ਸਮੇਂ ਦੌਰਾਨ ਹੋਇਆ, ਸੈਂਟਰ ਦਾ ਢਿੱਡ ਭਰਦਿਆਂ ਅਸੀਂ ਹਿੰਦੁਸਤਾਨ ਨੂੰ ਰਜਾਉਂਦਿਆਂ ਅਸੀਂ ਪੰਜਾਬ ਦੀ ਜਿਹੜੀ ਜ਼ਮੀਨ ਖਰਾਬ ਕਰ ਲਈ ਹੈ, ਪੰਜਾਬ ਦਾ ਸਾਰਾ ਕਲਚਰ ਖਰਾਬ ਕਰ ਲਿਆ। ਉਹਦੇ ਬਾਰੇ ਇੱਕ ਸੋਚ ਆ ਜਿਹੜੀ ਉਹ ਵੀ ਉਪਜੀ ਹੈਗੀ। ਸੋ ਸਾਰਾ ਕੁਛ ਇਸ ਤਰ੍ਹਾਂ ਦੇ ਚੱਲਦੇ ਹੋਏ ਬਹੁਤ ਸਾਰੇ ਵਿਚਾਰ ਆ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਉਂਦੇ ਰਹਿੰਦੇ ਹਾਂ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਅੱਜ ਤੁਹਾਡੇ ਨਾਲ ਆਪਾਂ ਜਿਹੜੀ ਗੱਲਬਾਤ ਕਰਾਵਾਂਗੇ ਉਹ ਹੈ ਤਾਂ ਕਿਸਾਨ ਆਗੂ ਨੇ, ਪਰ ਉਹਨਾਂ ਦੀ ਸੋਚ ਕੁਝ ਵੱਖਰੇ ਤਰ੍ਹਾਂ ਦੀ ਸੋਚ ਰੱਖਦੇ ਨੇਗੇ। ਮੇਰੀ ਮੁਰਾਦ ਹੈ ਜਿਹੜਾ ਕਿਸਾਨ ਖੇਤੀਬਾੜੀ ਵਿਕਾਸ ਫਰੰਟ ਹੈ ਉਹਦੇ ਆਗੂ ਨੇਗੇ ਸੁਖਦੇਵ ਸਿੰਘ ਭੁਪਾਲ ਜੀ। ਸੋ ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਹਾਂਜੀ, ਧੰਨਵਾਦ ਜੀ। ਭੁਪਾਲ ਸਾਹਿਬ, ਜਿਸ ਤਰ੍ਹਾਂ ਦੀ ਆਪਾਂ ਇਹ ਗੱਲ ਸ਼ੁਰੂਆਤ ਦੇ ਵਿੱਚ ਹੀ ਕੀਤੀ ਹੈ ਵੀ ਕਈ ਤਰ੍ਹਾਂ ਦੀ ਸੋਚ ਹੈ ਜਿਹੜੀ ਉਹ ਉੱਭਰੀ ਹੈ। ਕਿਸਾਨ ਜਥੇਬੰਦ ਹੋ ਗਿਆ ਪੰਜਾਬ ਦੇ ਵਿੱਚ, ਬਹੁਤ ਸਾਰਾ ਸੰਘਰਸ਼ ਹੈ ਪਿਛਲੇ ਸਮੇਂ ਦੌਰਾਨ ਲੜਦਾ ਆਇਆ ਗਾ। ਕਦੇ ਮਤਲਬ ਖੇਤੀ ਦੇ ਵੱਖ-ਵੱਖ ਜਿਹੜੇ ਕੋਈ ਨਾ ਕੋਈ ਸਮੱਸਿਆਵਾਂ ਆਉਂਦੀਆਂ ਉਹਦੇ ਲਈ, ਕਦੇ ਬਿਜਲੀ ਲਈ ਲੜਦਾ, ਕਦੇ ਪਾਣੀ ਲਈ ਲੜਦਾ, ਕਦੇ ਆਪਦੀਆਂ ਫਸਲਾਂ ਦੇ ਭਾਅ ਲਈ ਲੜਦਾ ਗਾ। ਅਤੇ ਤੁਹਾਡੀ ਵੀ ਜਥੇਬੰਦੀ ਆ, ਤੁਸੀਂ ਇੱਕ ਵੱਖਰੇ ਤਰ੍ਹਾਂ ਦਾ ਕਨਸੈਪਟ ਲੈ ਕੇ ਚੱਲੇ ਹੋ। ਕੀ ਸੋਚਦੇ ਹੋ ਵੀ ਇਹ ਜਿਹੜੀ ਲੜਾਈ ਦੇ ਨਾਲ ਹੀ ਹੱਲ ਹੋ ਜੂ, ਜਾਂ ਕੋਈ ਨਾ ਕੋਈ ਕਿਸਾਨ ਨੂੰ ਵੀ ਆਪਣੇ ਜਿਹੜਾ ਜੀਵਨ ਜਾਂਚ ਆ ਉਹਦੇ 'ਚ ਬਦਲਾਅ ਕਰਨਾ ਪਊਗਾ? ਨਹੀਂ, ਦੇਖੋ, ਇਹਦੇ 'ਚ ਦੋਨੇ ਗੱਲਾਂ ਹੀ ਕਰਨੀਆਂ ਜ਼ਰੂਰੀ ਨੇ ਜੀ। ਇੱਕ ਤਾਂ ਇਹ ਆ ਕਿ ਜਿਹੜਾ ਖੇਤੀ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਜੀ, ਜਿਹੜੀ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਸ਼ੁਰੂ ਹੋਈ ਜੀ, ਇੱਕ ਤਾਂ ਇਹ ਖੇਤੀ ਨੂੰ ਸਮਝਣਾ ਜ਼ਰੂਰੀ ਹੈ ਵੀ ਇਹ ਖੇਤੀ ਕੀ ਹੈ ਜੀ। ਉਹਦੇ 'ਚ ਦੇਖੋ, ਇੱਕ ਗੱਲ ਤਾਂ ਇਹ ਆ ਕਿ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਨੇਤਾ ਨੇ ਉਹ ਇਹ ਇਲਜ਼ਾਮ ਲਾਉਂਦੇ ਨੇ ਜੀ ਕਿ ਪੰਜਾਬ ਨੇ ਸਭ ਦਾ ਢਿੱਡ ਭਰਤਾ ਜੀ, ਔਰ ਹੁਣ ਪੰਜਾਬ ਨਾਲ ਇਹ ਕਿਉਂ ਹੋ ਰਹੀ ਆ, ਉਹਨਾਂ ਨੂੰ ਇਸ ਗੱਲ ਦਾ ਗਿਲਾ ਜੀ। ਲੇਕਿਨ ਜੇ ਅਸੀਂ ਗ੍ਰੀਨ ਰੈਵੋਲੂਸ਼ਨ ਦੀ ਹਿਸਟਰੀ ਦੇਖੀਏ ਜੀ ਤਾਂ ਗ੍ਰੀਨ ਰੈਵੋਲੂਸ਼ਨ ਕੋਈ ਇਸ ਕਰਕੇ ਨਹੀਂ ਸੀ ਹਿੰਦੁਸਤਾਨ ਦੇ ਵਿੱਚ ਆਇਆ ਕਿ ਇੱਥੇ ਭੁੱਖਮਰੀ ਸੀ ਜੀ। ਅਸਲ ਦੇ ਵਿੱਚ ਜਿਹੜਾ ਪੂੰਜੀਵਾਦ ਆ ਜੀ, ਇਹ ਜਦੋਂ ਕੋਈ ਵੀ ਕੰਮ ਕਰਦਾ ਨਾ ਜੀ, ਉਹ ਪਹਿਲਾਂ ਇਹਦਾ ਇੱਕ ਮਾਨਵੀ ਚਿਹਰਾ ਤਰਾਸ਼ਦਾ ਜੀ। ਬਿਲਕੁਲ। ਔਰ ਉਹਦਾ ਮਾਨਵੀ ਚਿਹਰਾ ਤਰਾਸ਼ਣ ਦੇ ਲਈ ਉਹ ਬਣਾਉਂਦਾ ਤਾਂ ਇਹ ਹੈ ਵੀ ਇਹ ਪਬਲਿਕ ਲਈ ਹੋ ਰਿਹਾ, ਦਿਖਾਉਂਦਾ ਕੁਛ ਹੈ, ਕਰਦਾ ਕੁਛ ਹੈ। ਹਾਂ ਜੀ, ਲੇਕਿਨ ਉਹਦੇ ਪਿੱਛੇ ਧਾਰਨਾ ਕੋਈ, ਉਹਦੇ ਪਿੱਛੇ ਉਹਦਾ ਕੋਈ ਹਿਡਨ ਏਜੰਡਾ ਹੋਰ ਹੁੰਦਾ। ਹਾਂ, ਅਸਲ ਦੇ ਵਿੱਚ ਜਿਹੜਾ ਇਹ ਗ੍ਰੀਨ ਰੈਵੋਲੂਸ਼ਨ ਦੀ ਸ਼ੁਰੂਆਤ ਹੋਈ ਜੀ, ਇਹ ਮੇਰੇ ਮੁਤਾਬਕ ਜਿੰਨੀ ਕੁ ਮੈਂ ਸਟੱਡੀ ਕੀਤੀ ਹੈ ਉਹ ਇਹ ਆ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜੀ ਜਿੰਨਾ ਐਮਿਸ਼ਨ ਇਹਨਾਂ ਕੰਪਨੀਆਂ ਕੋਲ ਬਚ ਗਿਆ ਜੀ, ਕਿਉਂਕਿ ਇਹਨਾਂ ਦੀ ਉਮੀਦ ਤੋਂ ਇਹ ਲੜਾਈ ਪਹਿਲਾਂ ਜਿਹੜੀ ਦੂਸਰੀ ਸੰਸਾਰ ਜੰਗ ਸੀ ਇਹਨਾਂ ਦੀ ਜਿਹੜੀ ਪਹਿਲਾਂ ਸਮਾਪਤ ਹੋ ਗਈ ਜੀ ਜੀ। ਔਰ ਫਿਰ ਉਹ ਜਿਹੜਾ ਇਹਨਾਂ ਕੋਲੇ ਮਤਲਬ ਸਮਾਨ ਬਚਿਆ ਜੀ, ਉਹਦੇ 'ਚ ਉਹ ਸਮਾਨ ਇਹ ਕਿੱਥੇ ਖਪਾਉਣ ਜੀ, ਉਹਨਾਂ ਦੀ ਇੱਕ ਪ੍ਰੋਬਲਮ ਬਣ ਗਈ ਹੈ ਜੀ। ਉਹ ਖਪਾਉਣ ਦੇ ਲਈ ਉਹਨਾਂ ਨੇ ਫਿਰ ਅਮਰੀਕਾ ਦਾ ਜਿਹੜਾ ਡਾਕਟਰ ਸੀ ਜੀ, ਡਾਕਟਰ ਬੋਰਲਾਗ ਜੀ, ਉਹਦੀ ਅਗਵਾਈ ਦੇ ਵਿੱਚ ਇਹਨਾਂ ਨੇ ਇੱਕ ਕਮੇਟੀ ਬਣਾਈ ਜੀ ਵੀ ਇਹ ਅਮੋਨੀਅਮ ਨਾਈਟ੍ਰੇਟ ਇਹਨਾਂ ਕੋਲ ਬਹੁਤ ਬਚਿਆ ਪਿਆ ਸੀ ਜੀ, ਔਰ ਪੋਟਾਸ ਇਹਨਾਂ ਕੋਲ ਬਹੁਤ ਬਚਿਆ ਪਿਆ ਸੀ ਜੀ। ਇਹ ਚੀਜ਼ਾਂ ਕਿੱਥੇ ਖਪਤ ਹੋ ਸਕਦੀਆਂ ਨੇ? ਤਾਂ ਉਸ ਸਮੇਂ ਜਾਣੇ ਇਹ ਆਇਆ ਵੀ ਦੋ ਕੰਮ ਹੋ ਸਕਦੇ ਨੇ ਜੀ। ਇਹ ਸਾਰੇ ਦਾ ਸਾਰਾ ਜਿਹੜਾ ਮਤਲਬ ਮਟੀਰੀਅਲ ਬਚਿਆ ਪਿਆ ਜੀ, ਇਹ ਖੇਤੀ ਦੇ ਵਿੱਚ ਕੰਮ ਆ ਸਕਦਾ, ਇਹਦੇ ਨਾਲ ਪ੍ਰੋਡਕਸ਼ਨ ਵੀ ਵੱਧ ਸਕਦੀ ਆ, ਖੇਤੀ ਦਾ ਇੱਕ ਨਵਾਂ ਤਰੀਕਾ ਇਹਦੇ ਨਾਲ ਇਸਟੈਬਲਿਸ਼ ਕਰਕੇ ਅਸੀਂ ਉਹਦੇ 'ਚ ਲੈ ਆ ਸਕਦੇ ਹਾਂ, ਔਰ ਇਹਨੂੰ ਕਹਿ ਸਕਦੇ ਹਾਂ ਵੀ ਯਾਰ ਪ੍ਰੋਡਕਸ਼ਨ ਵਧਣ ਦੇ ਨਾਲ ਲੋਕਾਂ ਦਾ ਢਿੱਡ ਭਰ ਜੂ। ਵਾਹ। ਤਾਂ ਉਹਦੇ 'ਚ ਕੀ ਆ, ਮਤਲਬ ਜਿਹੜੀ ਸਾਹਮਣੇ ਚੀਜ਼ ਲਿਆਂਦੀ ਉਹ ਤਾਂ ਇਹ ਲਿਆਂਦੀ ਕਿ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਸੀ ਜੀ, ਅਸੀਂ PL 480 ਦੇ ਤਹਿਤ ਅਮਰੀਕਾ ਤੋਂ ਅਨਾਜ ਲੈਂਦੇ ਸੀ ਜੀ ਜੀ। ਉਸ ਧਾਰਾ ਦੇ ਤਹਿਤ ਜਦੋਂ ਅਸੀਂ ਉਸ ਕੰਪਰੋਮਾਈਜ਼ ਦੇ ਤਹਿਤ ਅਨਾਜ ਲੈਂਦੇ ਸੀ ਤਾਂ ਸਾਨੂੰ ਬਹੁਤ ਸਾਰੀਆਂ ਉਹਨਾਂ ਦੀਆਂ ਬੰਦਿਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਨਾਂ ਦੀਆਂ ਗੱਲਾਂ ਮੰਨਣੀਆਂ ਪੈਂਦੀਆਂ ਸੀ, ਜਿਹਦੇ ਕਰਕੇ ਅਸੀਂ ਫਿਰ ਇਹ ਲੈ ਕੇ ਆਏ। ਬੀਜ ਵੀ ਆਇਆ ਉਦੋਂ, ਹੈ ਨਾ ਜੀ, ਕਣਕ ਦਾ, ਕਲਾਲ ਦੀ ਕਣਕ ਦਾ ਬੀਜ ਆਇਆ ਸੀ। ਉਹਦੇ 'ਚ ਇੱਕ ਗੱਲ ਦੇਖੋ ਇਹ ਹੈ ਕਿ ਇਹ ਜਿਹੜਾ ਸਾਰੀ ਖੇਤੀ ਆ ਜਿਹੜੀ ਇਹ ਜਿਹਨੂੰ ਅਸੀਂ ਕੈਮੀਕਲ ਐਗਰੀਕਲਚਰ ਕਹਿ ਸਕਦੇ ਹਾਂ, ਰੇਹਾਂ ਸਪਰੇਹਾਂ ਵਾਲੀ ਖੇਤੀ ਕਹਿ ਸਕਦੇ ਹਾਂ, ਬਹੁਤ ਦੇਸੀ ਭਾਸ਼ਾ ਦੇ ਵਿੱਚ ਜ਼ਹਿਰਾਂ ਵਾਲੀ ਖੇਤੀ ਕਹਿ ਸਕਦੇ ਹਾਂ,
ਇਹ ਖੇਤੀ ਦੀ ਜਿਹੜਾ ਡਿਜ਼ਾਈਨ ਤਿਆਰ ਕੀਤਾ ਉਹ ਰਾਕਫੇਲਰ ਫਾਊਂਡੇਸ਼ਨ ਔਰ ਫੋਰਡ ਫਾਊਂਡੇਸ਼ਨ ਵੱਲੋਂ ਤਿਆਰ ਕੀਤਾ ਗਿਆ। ਉਹ ਇੱਕ ਐਸੀਆਂ ਸੰਸਥਾਵਾਂ ਸੀ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨਾਲ ਜੁੜੀਆਂ ਹੋਈਆਂ ਸੀ। ਜੀ ਜੀ। ਉਹਨਾਂ ਨੇ ਮਤਲਬ ਇਹ ਸਾਰੇ ਕਾਸੇ ਨੂੰ ਇਹ ਰੂਪ ਤਾਂ ਇਹ ਦਿੱਤਾ ਕਿ ਦੇਖੋ ਜੀ ਇਹਦੇ ਨਾਲ ਅਨਾਜ ਬਹੁਤ ਜ਼ਿਆਦਾ ਹੋ ਜਾਊਗਾ, ਦੁਨੀਆ ਦੇ ਵਿੱਚੋਂ ਭੁੱਖਮਰੀ ਖਤਮ ਹੋ ਜੂ, ਹਿੰਦੁਸਤਾਨ ਵਰਗੇ ਮੁਲਕਾਂ ਦੇ ਵਿੱਚੋਂ ਵੀ ਭੁੱਖਮਰੀ। ਨਹੀਂ, ਪੰਜਾਬ ਹੀ ਕਿਉਂ ਚੁਣਿਆ ਜੀ? ਹਿੰਦੁਸਤਾਨ ਤਾਂ ਬਹੁਤ ਵੱਡਾ ਗਾ, ਬਾਕੀ ਸੂਬਿਆਂ ਦੇ ਵਿੱਚ ਕਿਹੜਾ ਜ਼ਮੀਨ ਨਹੀਂ ਜਾਂ ਉੱਥੇ ਪਾਣੀ ਨਹੀਂ, ਸਾਰਾ ਕੁਝ ਹੈਗਾ, ਪਰ ਇਕੱਲਾ ਪੰਜਾਬ ਹੀ ਕਿਉਂ ਚੁਣਿਆ ਗਿਆ ਫਿਰ ਉਦੋਂ? ਪੰਜਾਬ ਉਹ ਇਸ ਕਰਕੇ ਚੁਣਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਤਾਂ ਮਿੱਟੀ ਸੀ ਜੀ ਉਹ ਬਹੁਤ ਵਧੀਆ ਸੀ ਜੀ, ਔਰ ਆਮ ਤੌਰ ਤੇ ਪੰਜਾਬ ਆ ਜਿਹੜਾ ਇਹ ਸਮਤਲ ਜ਼ਮੀਨ ਵਾਲਾ ਇੱਕ ਤਾਂ ਖਿੱਤਾ ਸੀਗਾ ਜੀ। ਦੂਸਰਾ ਇਹ ਸੀ ਕਿ ਦਰਿਆਈ ਪਾਣੀਆਂ ਦੀ ਕੋਈ ਸਮੱਸਿਆ ਨਹੀਂ ਸੀ ਇੱਥੇ ਜੀ, ਔਰ ਅੰਗਰੇਜ਼ਾਂ ਦੇ ਸਮੇਂ 'ਚ ਹੀ ਮਤਲਬ ਜਿਹੜਾ ਕਨਾਲ ਸਿਸਟਮ ਆ, ਨਹਿਰਾਂ ਦਾ ਸਿਸਟਮ ਆ, ਉਹ ਕਰੀਬ ਅੰਗਰੇਜ਼ਾਂ ਦੇ ਸਮੇਂ 'ਚ ਵੀ ਬਹੁਤ ਸਾਰੀਆਂ ਨਹਿਰਾਂ ਆ ਗਈਆਂ ਸੀ ਜੀ ਜੀ। ਔਰ ਤੀਸਰਾ ਇਹਦੇ 'ਚ ਇਹ ਸੀ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਇਹਦੀ ਖੇਤੀ ਦਾ ਆਪਣਾ ਇੱਕ ਤਜਰਬਾ, ਐਕਸਪਰਟ ਆ ਖੇਤੀ ਦੇ ਵਿੱਚ ਜੀ ਜੀ, ਜਿਹਦੇ ਕਰਕੇ ਉਹਨਾਂ ਨੇ ਪੁਰਾਣੇ ਪੰਜਾਬ ਨੂੰ ਜਾਂ ਪੰਜਾਬ ਹਰਿਆਣੇ ਨੂੰ ਇਹਨੂੰ ਮੇਨ ਖਿੱਤੇ ਦੇ ਰੂਪ ਦੇ ਵਿੱਚ ਚੁਣਿਆ ਜੀ, ਕਿਉਂਕਿ ਇਹ ਪਾਇਲਟ ਪ੍ਰੋਜੈਕਟ ਸੀ ਉਹਨਾਂ ਦਾ ਇੰਡੀਆ ਦੇ ਵਿੱਚ। ਪਾਇਲਟ ਪ੍ਰੋਜੈਕਟ ਹਮੇਸ਼ਾ ਉੱਥੇ ਚੁਣਿਆ ਜਾਂਦਾ ਜਿੱਥੇ ਉਹਦੇ ਸਫਲ ਹੋਣ ਦੀ ਜ਼ਿਆਦਾ ਗੁੰਜਾਇਸ਼ ਹੋਵੇ ਜੀ, ਇਸੇ ਕਰਕੇ ਚੁਣਿਆ ਗਿਆ ਇਹਨੂੰ ਇੱਥੇ ਦਾ। ਉਸ ਦੇ ਦਰਮਿਆਨ ਹੀ ਜਿੱਥੇ ਹੁਣ ਮਤਲਬ ਤੁਸੀਂ ਇਹ ਗੱਲ ਕਰਦੇ ਹੋ ਵੀ ਇਸ ਤਰ੍ਹਾਂ ਦਾ ਪੰਜਾਬ ਨੂੰ ਚੁਣਿਆ ਗਿਆ, ਤਾਂ ਉਦੋਂ ਬਾਅਦ ਹੁਣ ਜੇ ਅੱਜ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਵੀ ਗੱਲ ਤੇ ਆਉਂਦੀ ਹੈ ਵੀ ਹੁਣ ਜਿਹੜਾ ਦੂਸਰੇ ਸੂਬੇ ਉਹਨਾਂ 'ਚ ਪ੍ਰੋਡਕਸ਼ਨ ਬਾਹਲੀ ਹੋ ਗਈ ਹੈਗੀ, ਉਹਨਾਂ ਦੇ ਵਿੱਚ ਫਸਲ ਵੱਧ ਹੋਣ ਲੱਗੀ ਹੈ, ਉਸ ਕਰਕੇ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ। ਹੁਣ ਇਹ ਵੀ ਤਾਂ ਚਰਚਾ ਹੋ ਰਹੀ ਹੈ ਵੀ ਜਿਹੜਾ ਪੰਜਾਬ ਨਾਲ ਧੱਕੇ ਦੀ ਗੱਲ ਤਾਂ ਆਪਾਂ ਕਰਦੇ ਹਾਂ ਹੁਣ, ਜਿਵੇਂ ਤੁਸੀਂ ਪਹਿਲਾਂ ਕਿਹਾ ਜਾਂ ਕਿਸਾਨ ਆਗੂ ਕਰ ਰਹੇ ਨੇ ਵੀ ਮਸਲਾ ਨਹੀਂ, ਗੱਲ ਕਿਤੇ ਹੈ ਵੀ ਆ, ਕਿਉਂਕਿ ਸਾਡੇ ਪੰਜਾਬ 'ਚ ਵੀ ਹੁਣ ਅਸੀਂ ਜਦੋਂ ਦੇਖਦੇ ਹਾਂ ਬਹੁਤੇ ਲੋਕ ਆ ਜਿਹੜੇ ਰੱਜੇ ਪੁੱਜੇ ਲੋਕ ਨੇ ਉਹ MP ਦੀ ਕਣਕ ਖਾਣ ਲੱਗ ਗਿਆ, ਪੰਜਾਬ ਵਾਲੀ ਨੂੰ ਸਾਡੀ ਕਹੇ ਨੇਗੇ। ਸੋ ਇਸ ਤਰ੍ਹਾਂ ਦਾ ਵੀ ਚੱਲਣਾ ਵੀ ਇਹ ਲੱਗਦਾ ਨਹੀਂ ਵੀ ਉੱਧਰੋਂ ਜਦੋਂ ਉਹਨਾਂ ਕੋਲੇ ਦੂਸਰੇ ਸੂਬਿਆਂ ਦੇ ਕੋਲੇ ਆਪਦੀ ਜਿਹੜੀ ਪੈਦਾਵਾਰ ਵੱਧ ਗਈ ਤੇ ਪੰਜਾਬ ਨੂੰ ਉਸ ਕਰਕੇ ਇਗਨੋਰ ਕੀਤਾ ਜਾ ਰਿਹਾ। ਨਹੀਂ, ਉਹਦੇ 'ਚ ਦੇਖੋ ਇੱਕ ਗੱਲ ਇਹ ਆ ਕਿ ਜਿਹੜਾ ਇਹ ਇੰਪ੍ਰੈਸ਼ਨ ਦਿੱਤਾ ਜਾ ਰਿਹਾ, ਮੈਂ ਇਹਦੇ ਨਾਲ ਸਹਿਮਤ ਨਹੀਂ ਜੀ ਕਿ ਪੰਜਾਬ ਮਤਲਬ ਇੰਡੀਆ ਦੇ ਕੋਲ ਬਫਰ ਅਨਾਜ ਹੋ ਗਿਆ ਜੀ, ਮਤਲਬ ਮੈਂ ਨਹੀਂ ਇਹਦੇ ਨਾਲ ਕਨਵਿੰਸ। ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹ ਆ ਕਿ 47 ਤੋਂ ਪਹਿਲਾਂ ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਾਂ ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ, ਜਿਹਨੂੰ ਆਪਾਂ ਮੰਨ ਲਈਏ 66-67 ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ, ਉਹਦੇ 'ਚ ਇੰਡੀਆ ਜਾਂ ਪੰਜਾਬ ਜਿਹੜੀਆਂ ਚੀਜ਼ਾਂ ਦੇ ਵਿੱਚ ਸੈਲਫ ਸਫੀਸ਼ੀਐਂਟ ਸੀ, ਇਹ ਉਹਨਾਂ ਚੀਜ਼ਾਂ 'ਚ ਤਾਂ ਇਹ ਮਤਲਬ ਇਹਨਾਂ ਦੀ ਉਹ ਖਤਮ ਹੋ ਗਈ, ਇਹਦੀ ਮਤਲਬ ਇਹ ਆਤਮ ਨਿਰਭਰ ਹੋ ਗਿਆ। ਜਿਹੜੀਆਂ ਚੀਜ਼ਾਂ ਤੇ ਇਹ ਆਤਮ ਨਿਰਭਰ ਸੀ ਜੀ, ਮਤਲਬ ਕਿਸੇ ਤੇ ਨਿਰਭਰ ਸੀ ਦੂਸਰੇ ਤੇ, ਉਹਦੇ 'ਚ ਇਹ ਸੈਲਫ ਸਫੀਸ਼ੀਐਂਟ ਹੋ ਗਿਆ। ਹੁਣ ਤੁਸੀਂ ਪੰਜਾਬ ਦੀ ਪੂਰੀ ਪ੍ਰੋਡਕਸ਼ਨ ਦੇਖੋ, ਪੰਜਾਬ ਦੇ ਵਿੱਚ ਸਿਵਾਏ ਚੌਲ ਤੋਂ, ਸਿਵਾਏ ਕਣਕ ਤੋਂ, ਚਲੋ ਉਹਦੀ ਕੁਆਲਿਟੀ ਤੇ ਬਾਅਦ 'ਚ ਆਪਾਂ ਗੱਲ ਕਰਾਂਗੇ ਵੀ ਉਹਦੇ 'ਚ ਜ਼ਹਿਰ ਕਿੰਨੀ ਆ ਕਿੰਨੀ ਨਹੀਂ, ਕਣਕ ਚਾਵਲ ਦੇ ਫਸਲੀ ਚੱਕਰ ਨੇ ਇਹੀ ਤਾਂ ਪੰਜਾਬ ਬਰਬਾਦ ਕਰਤਾ ਜੀ। ਔਰ ਪੰਜਾਬ ਕੋਲ ਹੁਣ ਰਹਿ ਕੀ ਗਿਆ? ਥੋੜਾ ਏਰੀਆ ਗੰਨੇ ਦਾ ਜੀ, ਥੋੜਾ ਏਰੀਆ ਆਲੂ ਦਾ ਜੀ, ਬਹੁਤ ਹੀ ਥੋੜੀ ਬੈਲਟ ਰਹੇਗੀ ਕਾਟਨ ਦੀ, ਔਰ ਉਹਦੇ 'ਚ ਵੀ ਸਾਰੇ ਦਾ ਸਾਰਾ ਕਾਟਨ ਵੀ BT ਆ ਗਿਆ ਜੀ ਜੀ। ਤਾਂ ਕੁੱਲ ਮਿਲਾ ਕੇ ਅੱਜ ਜੇ ਅਸੀਂ ਇੰਡੀਆ ਨੂੰ ਦੇਖਦੇ ਹਾਂ ਜਾਂ ਪੰਜਾਬ ਨੂੰ ਦੇਖਦੇ ਹਾਂ, ਪੰਜਾਬ ਕੋਲੇ ਦਾਲਾਂ ਖਾਣ ਨੂੰ ਕਿੱਥੇ ਨੇ? ਸਾਰੀਆਂ ਬਾਹਰੋਂ ਆ ਰਹੀਆਂ। ਬਿਲਕੁਲ। ਅੱਛਾ, ਪੰਜਾਬ ਦੇ ਵਿੱਚ ਖਾਣ ਵਾਲੇ ਤੇਲ ਕਿੱਥੇ ਨੇ? ਬਿਲਕੁਲ ਨਹੀਂ ਹੈ, ਉਹ ਵੀ ਸਾਰੇ ਦੇ ਸਾਰੇ ਬਾਹਰੋਂ ਆ ਰਹੇ ਨੇ। ਔਰ ਉਹਦੇ 'ਚ ਇੱਕ ਇਹ ਆ ਵੀ ਜਿਹੜੇ ਉਹ ਤੇਲ ਬਾਹਰੋਂ ਆ ਰਹੇ ਨੇ ਉਹ ਸਾਰੇ GM ਸੀਡਸ ਦੇ ਨੇ ਜੀ, ਜੈਨੇਟਿਕਲੀ ਮੋਡੀਫਾਈਡ ਸੀਡਸ ਦੇ ਨੇ, ਜਿਹੜੇ ਸਾਡੇ ਹੈਲਥ ਲਈ ਬਹੁਤ ਮਾੜੇ ਨੇਗੇ ਜੀ। ਇਸ ਲਈ ਇਹ ਚੀਜ਼ਾਂ ਨੇ ਜਿਹੜੀਆਂ, ਜਦੋਂ ਅਸੀਂ ਉਹ ਸਾਰਾ ਦਾਲਾਂ ਵਾਲਾ ਖਿੱਤਾ, ਤੇਲ ਬੀਜਾਂ ਵਾਲਾ ਖਿੱਤਾ, ਉਹ ਸਾਰਾ ਖੇਤਰ ਆ ਜਿਹੜਾ, ਉਹ ਅਸੀਂ ਕਣਕ ਝੋਨੇ ਦੇ ਥੱਲੇ ਕਰਤਾ ਔਰ ਉਹਨੂੰ ਥੋੜਾ ਅਸੀਂ ਮਾਡਰਨਾਈਜ਼ ਕਰਤਾ ਕੈਮੀਕਲ ਪਾ ਕੇ, ਉਹ ਤਾਂ ਵਧਣਾ ਹੀ ਵਧਣਾ ਸੀ। ਇਸ ਕਰਕੇ ਅਸੀਂ ਇਹ ਗੱਲ ਅੱਜ ਵੀ ਇੰਡੀਆ ਦੇ ਸੰਦਰਭ ਦੇ ਵਿੱਚ ਜਦੋਂ ਦੇਖਦੇ ਹਾਂ, ਇੰਡੀਆ ਨਹੀਂ ਹੈਗਾ ਸੈਲਫ ਸਫੀਸ਼ੀਐਂਟ ਅਨਾਜ ਦੇ ਮਾਮਲੇ 'ਚ। ਇਹ ਠੀਕ ਆ ਕਿ ਇਹਦੇ ਕੋਲ 2 ਅਨਾਜ ਬਫਰ ਹੋ ਗਏ, ਪਰ ਅੱਜ ਵੀ ਦਾਲਾਂ ਤਾਂ ਬਾਹਰੋਂ ਮੰਗਾਈਆਂ ਜਾ ਰਹੀਆਂ ਨੇ, ਖਾਣ ਵਾਲੇ ਤੇਲ ਬਾਹਰੋਂ ਮੰਗਾਏ ਜਾ ਰਹੇ ਨੇ, ਖੰਡ ਵੀ ਬਾਹਰੋਂ ਮੰਗਾਈ ਜਾ ਰਹੀ ਆ ਜੀ। ਮਤਲਬ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੰਟਰਨੈਸ਼ਨਲ ਮਾਰਕੀਟ ਤੋਂ ਹੁਣ ਹੀ ਲਾ ਲਓ, ਮਤਲਬ ਜਿਹੜਾ ਆਲੂ ਆ ਉਹ ਅਸੀਂ ਲੈ ਰਹੇ ਹਾਂ ਭੂਟਾਨ ਤੋਂ, ਹੁਣ ਹੀ ਖਰੀਦਿਆ ਸਰਕਾਰ ਨੇ ਸਾਡੀ ਨੇ। ਨਹੀਂ, ਫਿਰ ਇੱਥੇ ਆ ਕੇ ਤਾਂ ਪੇਚ ਫਸਦਾ ਵੀ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਉਹ ਚੌਲਾਂ ਪਿੱਛੇ ਕਿਉਂ ਲੜੀ ਜਾਂਦੀਆਂ? ਹੁਣ ਚੌਲਾਂ ਦੀ ਫਸਲ ਨੂੰ ਦੇਖ ਕੇ ਮਤਲਬ ਜ਼ਿਆਦਾ ਜਿਹੜਾ ਨੁਕਸਾਨ ਮੈਂ ਸੋਚਦਾ ਗਾ ਇੱਥੇ ਚੌਲਾਂ ਦੀ ਫਸਲ ਨੇ ਕੀਤਾ ਗਾ, ਕਿਉਂਕਿ ਚੌਲਾਂ ਦੀ ਫਸਲ ਦੇ ਲਈ ਮਸ਼ੀਨਰੀ ਆ ਜਿਹੜੀ ਉਹ ਪੂਰੀ ਨਹੀਂ ਹੋ ਰਹੀ ਹੈਗੀ ਸਾਤੋਂ। ਮਤਲਬ ਪਹਿਲਾਂ ਜੇ ਮਾੜੇ ਟਰੈਕਟਰ ਆ ਜਿਹੜੇ ਉਹ ਕੱਦੂ ਨਹੀਂ ਸੀ ਕਰਦੇ, ਉਹਦੇ ਲਈ ਸਾਨੂੰ ਵਧੀਆ ਟਰੈਕਟਰ ਲੈਣੇ ਪਏ, ਉਦੋਂ ਗਾਹਾਂ ਕੰਬਾਈਨਾਂ ਤੱਕ ਆ ਗਿਆ। ਹੁਣ ਉਦੋਂ ਗਾਹਾਂ ਆ ਕੇ ਮਤਲਬ ਉਹ ਪਰਾਲੀ ਦਾ ਸੁਪਰ ਸੀਡਰ ਫਲਾਨਾ ਦੀ ਹੈ ਨਾ, ਉਹ ਕਿਤੋਂ ਤੱਕ ਅਜੇ ਵੀ 10-10 ਲੱਖ ਦਾ ਹੁਣ ਸੰਦ ਲਈ ਜਾਂਦੇ, ਮਤਲਬ ਉਹਦੇ ਸੰਦ ਹੀ ਨਹੀਂ ਪੂਰੇ ਹੋਏ, ਕਿੰਨੇ ਸਾਲ ਹੋ ਗਏ। ਮਤਲਬ ਉਹਦਾ ਅੱਗੇ ਦੀ ਅੱਗੇ ਰਿਕੁਆਇਰਮੈਂਟ ਵੱਧਦੀ ਤੁਰੀ ਜਾਂਦੀ ਹੈਗੀ, ਪਰ ਉਹਦਾ ਖਹਿੜਾ ਅਸੀਂ ਛੱਡਦੇ ਨਹੀਂ, ਉਹਦੇ ਪਿੱਛੇ ਲੜੀ ਜਾਂਦੇ ਹਾਂ।
ਉਹਦਾ ਚੱਕਰ ਇਹ ਆ ਨਾ ਕਿ ਜਿਹੜੀ ਪੈੜੀ ਆ ਚੌਲ ਨੇ ਉਹ ਸਾਡੀ ਕੁਦਰਤੀ ਖੇਤੀ ਨਹੀਂ ਸੀ ਪੰਜਾਬ ਦੀ ਜੀ। ਇਹ ਤਾਂ ਸੈਂਟਰ ਗਵਰਨਮੈਂਟ ਨੇ ਸਾਡੀ ਨੇ ਆਪਣਾ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਸੀਗਾ ਉਹਨੂੰ ਜਾਰੀ ਰੱਖਣ ਦੇ ਲਈ, ਤਾਂ ਕਿ ਉਹਨਾਂ ਨੂੰ ਬਾਹਰ ਵੋਟਾਂ ਮਿਲਦੀਆਂ ਰਹਿਣ, ਉਹਨਾਂ ਨੇ ਸਾਡੇ ਤੇ ਥੋਪੀ ਆ ਨਾ। ਔਰ ਸਾਨੂੰ ਲਾਲਚ ਦਿੱਤਾ ਪੰਜਾਬੀਆਂ ਨੂੰ ਜੀ। ਸਾਨੂੰ ਪਹਿਲਾਂ ਲਾਲਚ ਦੇਖੋ ਉਹਨਾਂ ਨੇ ਇਹ ਦਿੱਤਾ ਕਿ ਤੁਹਾਡੀ ਇਹ 2 ਫਸਲਾਂ ਨੇ ਜਿਹੜੀਆਂ ਜੀ, ਜੀਰੀ ਦਾ ਔਰ ਕਣਕ ਦਾ, ਕਿ ਤੁਹਾਨੂੰ MSP ਮਿਲੂਗੀ ਪੱਕੀ ਜੀ। ਦੂਸਰਾ ਲਾਲਚ ਸਾਨੂੰ ਦਿੱਤਾ ਕਿ ਤੁਹਾਡਾ ਦਾਣਾ ਖਰੀਦਾਂਗੇ ਜੀ। ਤੀਸਰਾ ਸਾਨੂੰ ਲਾਲਚ ਦਿੱਤਾ ਕਿ ਹਰ 2 ਕਿਲੋਮੀਟਰ ਦੇ ਦਾਇਰੇ 'ਚ ਇਹਨਾਂ ਦੋਨਾਂ ਚੀਜ਼ਾਂ ਦੀ ਮੰਡੀ ਦੇ ਦਿਆਂਗੇ ਤੁਹਾਨੂੰ ਜੀ। ਇਸ ਲਾਲਚ ਦੇ ਵਿੱਚ ਸਾਨੂੰ ਫਸਾਇਆ ਗਿਆ ਔਰ ਅਸੀਂ ਫਸ ਗਏ ਜੀ। ਔਰ ਹੁਣ ਕੀ ਆ, ਹੁਣ ਉਹ ਜਿਵੇਂ ਸਾਡੇ ਪੰਜਾਬੀ ਦੇ ਵਿੱਚ ਕਹਾਵਤ ਆ ਵੀ ਹੁਣ ਕੰਬਲ ਪੰਡਤ ਨੂੰ ਛੱਡਦਾ ਨਹੀਂ, ਪੰਡਤ ਕੰਬਲ ਛੱਡਣ ਨੂੰ ਫਿਰਦਾ। ਹੁਣ ਅਸੀਂ ਫਸ ਗਏ ਉਸ ਸਥਿਤੀ ਦੇ ਵਿੱਚ। ਹੁਣ ਜਿੰਨਾ ਚਿਰ ਅਸੀਂ ਇਹਦਾ ਕੋਈ ਬਦਲ ਨਹੀਂ ਬਣਾਉਂਦੇ ਆਪ, ਔਰ ਅਸੀਂ ਉਹ ਬਦਲ ਬਣਾਉਣ ਦੇ ਲਈ ਸਰਕਾਰ ਦੇ ਉੱਪਰ ਇੱਕ ਪਹਿਲਾਂ ਕਿਸਾਨ ਇੱਕ ਪਾਲਿਸੀ ਡਿਸਕਸ ਕਰਨ ਕਿ ਇਹਦਾ ਬਦਲ ਕੀ ਹੋ ਸਕਦਾ, ਅਸੀਂ ਕਿਸਾਨਾਂ ਦੇ ਵਿੱਚ ਚਰਚਾ ਕਰਕੇ ਇਹਦਾ ਇੱਕ ਬਦਲ ਪੇਸ਼ ਕਰੀਏ। ਪਹਿਲਾਂ ਅਸੀਂ ਪੈਦਾ ਕਰੀਏ ਬਦਲ। ਦੂਸਰਾ ਫਿਰ ਇਹ ਵੀ ਉਹ ਬਦਲ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸਾਨੂੰ ਕੀ ਪ੍ਰੋਬਲਮ ਆਉਣਗੀਆਂ, ਉਹਦੇ 'ਚ ਸਰਕਾਰ ਤੋਂ ਅਸੀਂ ਕੀ ਸਹਾਇਤਾ ਲੈ ਸਕਦੇ ਹਾਂ। ਜਿੰਨਾ ਚਿਰ ਅਸੀਂ ਉਹ ਚੀਜ਼ ਦੇ ਉੱਪਰ ਡਿਸਕਸ ਨਹੀਂ ਕਰਾਂਗੇ, 2 ਸਾਲ ਹੋਰ ਚੱਲ ਜੂ, 4 ਸਾਲ MSP ਹੋਰ ਚੱਲ ਜੂ, ਕਿੰਨਾ ਕੁ ਚਿਰ ਚੱਲ ਜੂ, ਉਦੋਂ ਬਾਅਦ ਸਾਡੇ ਕੋਲੇ ਪਾਣੀ ਨਹੀਂ ਰਹਿਣਾ। ਅੱਜ ਅਸੀਂ ਬਰਨਾਲੇ 'ਚ ਬੈਠੇ ਹਾਂ, ਤੁਸੀਂ ਇਹ ਲਾਓ ਵੀ ਬਰਨਾਲੇ ਦੇ ਵਿੱਚ ਕੋਈ ਹੈਂਡ ਪੰਪ ਹੈ ਪੂਰੇ ਉਹ 'ਚ? ਸਾਡਾ ਵਾਟਰ ਟੇਬਲ ਜਿਹੜੇ ਥਾਂ 'ਚ ਤੁਸੀਂ ਹੁਣ ਤੁਹਾਡਾ ਦਫ਼ਤਰ ਆ 110 ਫੁੱਟ ਤੇ ਹੈ ਕਿ ਨਹੀਂ ਹੈ? ਮੈਂ ਇਸੇ ਦਫ਼ਤਰ ਦੀ ਤੁਹਾਨੂੰ ਗੱਲ ਦੱਸਦਾ ਜੀ। ਇਹਦੇ ਵਿੱਚ ਥੱਲੇ ਸਮਰਸੀਬਲ ਮੋਟਰ ਲੱਗੀ ਹੋਈ ਹੈਗੀ, ਉਹ ਲਾਈ ਸੀਗੀ ਅਸੀਂ 20 ਸਾਲ ਪਹਿਲਾਂ, ਉਹ ਸੰਨ 2000 ਚ ਲਾਈ ਸੀਗੀ, ਤੇ ਉਹ 200 ਫੁੱਟ ਤੇ ਸੀਗੀ। ਉਹ ਬਿਲਕੁਲ ਹੁਣ ਡਰਾਈ ਹੋ ਗਈ, ਕੰਮ ਛੱਡ ਗਈ, ਕੱਢ ਦਿੱਤੀ ਗਿਆ। ਹੁਣ ਬਾਹਰੋਂ ਪਾਣੀ ਲੈ ਰਿਹਾ ਜੀ, 200 ਫੁੱਟ ਤੇ ਪਾਣੀ ਹੈ ਨਹੀਂ, ਪਾਣੀ ਹੈ ਨਹੀਂ। ਹੁਣ ਜਿਹੜਾ ਬਰਨਾਲਾ ਏਰੀਆ ਉਹਨੇ 550 ਫੁੱਟ ਵਾਲਾ ਪਾਣੀ ਵਰਤਣਾ ਸ਼ੁਰੂ ਕਰਤਾ। ਔਰ ਇੱਕ ਐਸਟੀਮੇਟ ਇਹ ਆ ਭੂ ਵਿਗਿਆਨੀਆਂ ਦਾ ਕਿ 1000 ਫੁੱਟ ਤੋਂ ਥੱਲੇ ਪਾਣੀ ਵੀ ਨਹੀਂ ਸਾਡੀ ਇਸ ਧਰਤੀ 'ਚ, ਇਸ ਏਰੀਏ 'ਚ ਜੀ। ਜਦੋਂ ਅਸੀਂ ਉਹ ਨਿਬੇੜ ਲਿਆ ਫਿਰ ਕੀ ਕਰਾਂਗੇ? ਇਸ ਕਰਕੇ ਅਗਰ ਅਸੀਂ ਥੋੜਾ ਲੰਬੇ ਨਜ਼ਰੀਏ ਤੋਂ ਦੇਖੀਏ ਕਿ ਜਿਹੜੇ ਕੁਦਰਤੀ ਰਿਸੋਰਸ ਸਾਨੂੰ ਮਿਲੇ ਹੋਏ ਨੇ, ਕੁਦਰਤੀ ਸੰਸਾਧਨ ਸਾਨੂੰ ਇੰਨੇ ਵਧੀਆ ਪੰਜਾਬ ਦੇ ਵਿੱਚ ਮਿਲੇ ਹੋਏ ਨੇ, ਵੀ ਕੀ ਅਸੀਂ ਆਪੇ ਹੀ ਨਿਬੇੜ ਕੇ ਜਾਣਾ ਜਾਂ ਸਾਡੀਆਂ ਆਉਣ ਵਾਲੀਆਂ ਪੁਸਤਾਂ ਨੂੰ ਵੀ ਕੁਛ ਛੱਡਣਾ ਜੀ। ਜੇ ਅਸੀਂ ਇੱਥੇ ਨਹੀਂ ਆਉਂਦੇ ਔਰ ਸਿਰਫ ਇਹ ਕਿ ਸਾਨੂੰ ਪੈਸੇ ਮਿਲ ਜਾਣ, ਯਾਰ ਇਸ ਪੈਸੇ ਉਹਨਾਂ ਨੂੰ ਦੇਣ ਦੇ ਵਿੱਚ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ ਜੀ। ਉਹਨਾਂ ਨੂੰ ਤਾਂ ਕੁਦਰਤੀ ਸਰੋਤ ਚਾਹੀਦੇ ਨੇ ਜੀ। ਇਸ ਕਰਕੇ ਸਾਨੂੰ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਵੀ ਤੁਸੀਂ ਵੱਖਰੇ ਤੌਰ ਤੇ ਕਿਉਂ ਸੋਚ ਰਹੇ ਹਾਂ, ਅਸੀਂ ਵੱਖਰੇ ਤੌਰ ਤੇ ਇਸ ਕਰਕੇ ਸੋਚ ਰਹੇ ਹਾਂ ਕਿ 1990 ਦੇ ਵਿੱਚ ਇਸੇ ਬਰਨਾਲੇ 'ਚ ਸਾਡੀ ਇੱਕ ਮੀਟਿੰਗ ਸੀ ਜੀ। ਉਸ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਗੁਰੂ ਸੇ, ਉਹਨਾਂ ਦਾ ਨਾਮ ਸੀ RP ਸਰਾਫ, ਉਹਨਾਂ ਨੇ ਸਾਡੀ ਮੀਟਿੰਗ ਕਰਵਾਈ। ਉਦੋਂ ਮਗਰ ਸਿੰਘ ਕੂਲਰੀਆਂ ਜਿਉਂਦੇ ਸੀਗੇ ਜੀ। ਔਰ ਉਹਨਾਂ ਨੇ ਸਾਨੂੰ 2 ਗੱਲਾਂ ਕਹੀਆਂ ਜੀ ਕਿ ਤੁਸੀਂ ਹੁਣ ਤੋਂ ਹੀ ਇੱਕ ਮੂਵਮੈਂਟ ਸ਼ੁਰੂ ਕਰੋ। ਇੱਕ ਤਾਂ ਇਹ ਹੈ ਕਿ ਤੁਹਾਡੇ ਕੋਲੇ ਪਾਣੀ ਨਹੀਂ ਰਹਿਣਾ ਜੀ। ਦੂਸਰਾ ਉਹ ਕਹਿੰਦੇ ਵੀ ਤੁਹਾਡੇ ਮੱਖੀ ਮੱਛਰ ਇੰਨਾ ਆ ਜਾਣਾ ਵੀ ਤੁਹਾਡੇ ਬਿਮਾਰੀਆਂ ਨਹੀਂ ਠੀਕ ਹੋਣੀਆਂ ਯਾਰ ਜੀ। ਵੀ ਇਹ 2 ਪ੍ਰੋਬਲਮਾਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਫੇਸ ਕਰਨੀਆਂ ਪੈਣਗੀਆਂ ਜੀ। ਸਾਨੂੰ ਐਂ ਲੱਗੇ ਵੀ ਯਾਰ 5 ਦਰਿਆਵਾਂ ਦੀ ਧਰਤੀ, ਪਾਣੀ ਮੁੱਕ ਜੂ ਯਾਰ। ਮੈਨੂੰ ਮੱਘਰ ਸਿੰਘ ਜਦੋਂ ਅਸੀਂ ਸਾਈਡ ਤੇ ਜਦੋਂ ਮੀਟਿੰਗ ਖਤਮ ਹੋ ਗਈ, ਅਸੀਂ ਦੋਨੇ, ਕਿਉਂਕਿ ਸਾਡੀ ਬਹੁਤ ਜ਼ਿਆਦਾ ਨੇੜਤਾ ਸੀਗਾ, ਅਸੀਂ ਇੱਕ ਦੂਜੇ ਨਾਲ ਹਰ ਗੱਲ ਸਾਂਝੀ ਕਰਦੇ ਸੀ। ਮੈਨੂੰ ਮੱਘਰ ਸਿੰਘ ਕਹਿਣ ਲੱਗ ਗਏ, ਕਹਿੰਦੇ ਸਰਾਫ ਸਾਹਿਬ ਦਾ ਕੋਈ ਸਕਰੀਊ ਤਾਂ ਨਹੀਂ ਢਿੱਲਾ ਹੋ ਗਿਆ ਵੀ ਯਾਰ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਆ ਜੂ ਜੀ। ਪਰ ਦੇਖ ਲਓ ਫਿਰ ਹੌਲੀ ਹੌਲੀ ਜਦੋਂ ਪਹਿਲਾਂ ਇੱਕ ਟੋਟਾ ਪਾਉਣ ਲੱਗ ਗਏ 10 ਫੁੱਟ ਵਾਲਾ, ਫਿਰ ਦੂਜਾ ਟੋਟਾ ਪਾਉਣ ਲੱਗ ਗਏ, ਫਿਰ ਆਪਣੀਆਂ ਤਾਂ ਕੱਲ ਪਰਸੋਂ ਸੀਆਂ ਆਪਣੇ ਕੋਲੇ ਜਿਹੜੀਆਂ ਲੂਬੀ ਲਾਬੀ ਦੀਆਂ ਜਿਹੜੀਆਂ ਮੋਟਰਾਂ ਸੀ, ਮੋਨੋ ਬਲਾਕ। ਬਿਲਕੁਲ ਜੀ। ਔਰ ਮੋਨੋ ਬਲਾਕ ਦਾ ਤਾਂ ਹੁਣ ਖਤਮ ਹੀ ਹੋ ਗਿਆ ਕੰਮ, ਸਾਰੀਆਂ ਸਬਮਰਸੀਬਲ ਆ ਗਈਆਂ ਜੀ ਜੀ ਹੈ। ਔਰ ਹੁਣ ਤਾਂ ਆਮ ਕਿਸੇ ਨੂੰ ਮਰਜ਼ੀ ਪੁੱਛ ਲਓ, ਉਸੇ ਨੂੰ ਪਤਾ ਲੱਗ ਗਿਆ, ਜਿਹੜਾ ਕਿ 90 'ਚ ਸਾਨੂੰ ਦੱਸਿਆ ਗਿਆ ਸੀ, ਸਾਨੂੰ ਖੁਦ ਨੂੰ ਯਕੀਨ ਨਹੀਂ ਸੀ ਹੋਇਆ ਜੀ ਜੀ। ਔਰ ਉਸੇ 'ਚੋਂ ਹੀ ਅਸੀਂ ਇਹ ਪਾਲਿਸੀ ਤੇ ਆਏ ਕਿ ਸਾਨੂੰ ਉਹ ਫਸਲਾਂ ਤੇ ਆਉਣਾ ਪਊਗਾ ਜਾਂ ਆਉਣਾ ਚਾਹੀਦਾ ਜਿਹੜੀਆਂ ਸਾਡੀਆਂ ਰਵਾਇਤੀ ਫਸਲਾਂ ਨੇ। ਰਵਾਇਤੀ ਫਸਲਾਂ ਦੇ ਵਿੱਚ ਗੁਣ ਇਹ ਹੁੰਦਾ ਕਿ ਇੱਕੋ ਤਾਂ ਉਹ ਉਸ ਮੌਸਮ ਦੇ ਵਿੱਚ ਕੋਈ ਬਹੁਤੀਆਂ ਚੀਜ਼ਾਂ ਮੰਗਦੀ ਨਹੀਂ, ਜਿਵੇਂ ਜਿੱਥੇ ਪਾਣੀ ਘੱਟ ਆ ਉੱਥੋਂ ਦੀ ਰਵਾਇਤੀ ਫਸਲ ਪਾਣੀ ਨਹੀਂ ਮੰਗਦੀ। ਨਹੀਂ, ਇੱਥੇ ਕੀ ਵੀ ਗੱਲ ਆ ਨਾ, ਲੋਕਾਂ ਦੇ ਵਿੱਚ ਕੀ ਬੜੀ ਧਾਰਨਾ ਹੋ ਜਾਂਦੀ ਹੈਗੀ। ਜਦੋਂ ਅਸੀਂ ਹੁਣ ਆਮ ਲੋਕਾਂ ਨਾਲ, ਆਮ ਕਿਸਾਨ ਨਾਲ ਵੀ ਗੱਲ ਕਰਦੇ ਹਾਂ, ਉਹ ਕਹਿੰਦੇ ਆ ਵੀ ਜੇ ਆਪਾਂ ਕਣਕ ਬੀਜਦੇ ਹਾਂ, ਇੱਕ ਪੋਰ ਮੋਖਿਆ ਜਾਵੇ ਤਾਂ ਉਹ ਸਿਆੜ ਸਿਰੇ ਤੱਕ ਨਹੀਂ ਨਾਲ ਰਲਦਾ ਹੈਗਾ, ਜਿਹਦੇ 'ਚ ਨਾ DAP ਪਵੇ, ਵੀ ਉਹ ਕਿਵੇਂ ਬਗੈਰ ਹੋਊਗਾ। ਤੁਸੀਂ ਇਸ ਪ੍ਰੈਕਟੀਕਲ ਵੀ ਕਰ ਰਹੇ ਹੋਗੇ ਪਿਛਲੇ ਸਮੇਂ 'ਚੋਂ, ਮੈਨੂੰ ਪਤਾ ਲੱਗਾ ਵੀ ਤੁਸੀਂ ਆਪਣੀ ਖੇਤੀ ਹੈ ਜਿਹੜੀ ਕਰ ਰਹੇ ਹੋਗੇ।
ਕੀ ਖੇਤੀ ਉਸ ਤਰ੍ਹਾਂ ਦੀ ਕਾਮਯਾਬ ਹੁੰਦੀ ਹੈਗੀ ਤਾਂ ਮਤਲਬ ਕਿਸਾਨਾਂ ਨੂੰ ਇਹ ਕਿਵੇਂ ਸਮਝਾਇਆ ਜਾਊਗਾ, ਜਾਂ ਜਿਹੜਾ ਤੁਸੀਂ ਪ੍ਰੈਕਟੀਕਲ ਕਰ ਰਹੇ ਹੋ ਇਹ ਲੋਕਾਂ ਤੱਕ ਕਿਵੇਂ ਜਾਵੇਗਾ? ਮੈਂ ਤੁਹਾਨੂੰ ਦੱਸਦਾ ਜੀ ਵੀ ਐਤਕੀ ਮੇਰੇ ਕੋਲ ਜਿਹੜੀਆਂ ਇਹਨਾਂ ਦਿਨਾਂ 'ਚ ਫਸਲਾਂ ਸੀ ਜੀ, ਇੱਕ ਮੂੰਗੀ ਸੀ ਮੇਰੇ ਕੋਲ ਜੀ, ਮਾਂਹ ਸੀ ਮੇਰੇ ਕੋਲ ਜੀ, ਬਾਜਰਾ ਸੀ ਮੇਰੇ ਕੋਲ ਜੀ, ਇੱਕ ਮੇਰੇ ਕੋਲ 11-21 ਵੈਰਾਈਟੀ ਸੀ ਇਹਦੀ ਝੋਨੇ ਦੀ ਜੀ, ਕਿਉਂਕਿ ਉਹ ਥੋੜਾ ਘੱਟ ਪਾਣੀ ਨਾਲ ਪਲ ਜਾਂਦੀ ਆ ਜੀ। ਮਤਲਬ ਮੇਰੇ ਸਾਥੀ ਆਏ ਮੇਰੇ ਨਾਲ ਸੱਜਣ ਕੁਮਾਰ ਜੀ ਜੀ, ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਮੈਂ ਤੁਹਾਨੂੰ ਖੇਤ ਲੈ ਕੇ ਜਾਣਾ ਜੀ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿਣਾ ਸੀ ਵੀ ਮੇਰੀ ਮੂੰਗੀ ਨਾਲ ਕੋਈ ਮੇਰੀ ਮੂੰਗੀ ਮਿਲਾ ਕੇ ਦੇਖ ਲਓ ਤਾਂ ਮੂੰਗੀ ਨਹੀਂ ਪਿੰਡ 'ਚ ਜੀ, ਵੀ ਤੁਸੀਂ ਉਹਦੇ ਨਾਲ ਕੰਪੈਰੀਜ਼ਨ ਕਰ ਲਓਗੇ ਵੀ ਇਹ ਕੁਦਰਤੀ ਹੈ ਇਹ ਕੈਮੀਕਲ ਵਾਲੀ ਆ ਜੀ ਜੀ। ਅੱਛਾ ਬਾਜਰੇ ਨਾਲ ਨਹੀਂ ਕੋਈ, ਕਿਉਂਕਿ ਬਾਜਰਾ ਹੈ ਹੀ ਕਿਸੇ ਨੇ ਬੀਜੇ ਨਹੀਂ ਹੋਣਾ, ਮਾਂ ਨਹੀਂ ਕਿਸੇ ਸਾਰੇ ਪਿੰਡ 'ਚ ਕਿਸੇ ਨੇ ਬੀਜੇ ਸੀਗੇ। ਲਾ ਪਾ ਕੇ ਮੇਰਾ ਜੇ ਮੈਂ ਕਿਸੇ ਨੂੰ ਕੋਈ ਕਹਿ ਸਕਦਾ ਸੀਗਾ ਇੱਕੋ ਹੀ ਚੀਜ਼ ਸੀ ਮੇਰੇ ਕੋਲੇ ਵੀ ਯਾਰ ਇਹਦਾ ਕੰਪੈਰੀਜ਼ਨ ਕਰਕੇ ਦੇਖ ਲਓ ਜੀ। ਮੈਂ ਸੱਜਣ ਜੀ ਨੂੰ ਇੱਕ ਗੱਲ ਕਹੀ, ਮੈਂ ਸੱਜਣ ਜੀ ਆਹ ਦੋ ਤੁਹਾਡੇ ਸਾਹਮਣੇ ਮਤਲਬ ਕ੍ਰੌਪਸ ਨੇ, ਇਹਨਾਂ 'ਚੋਂ ਇੱਕ ਕੈਮੀਕਲ ਆ ਇੱਕ ਨੈਚੁਰਲ ਆ, ਤੁਸੀਂ ਇਹ ਦੱਸੋ ਵੀ ਇਹਨਾਂ 'ਚੋਂ ਕੈਮੀਕਲ ਕਿਹੜੀ ਆ ਔਰ ਨੈਚੁਰਲ ਕਿਹੜੀ ਆ? ਇਹ ਮੇਰੇ ਵਾਲੇ ਨੂੰ ਕਹਿੰਦੇ ਵੀ ਆਹ ਤਾਂ ਯਾਰ ਮੈਨੂੰ ਕੈਮੀਕਲ ਲੱਗਦੀ ਆ ਜੀ। ਉਹ ਜਿਹੜੀ ਨਾਲ ਮੇਰੇ ਗਵਾਂਢੀ ਦੀ ਫਸਲ ਸੀ ਕਹਿੰਦੇ ਵੀ ਆਹ ਮੈਨੂੰ ਜਿਹੜੀ ਨੈਚੁਰਲ ਲੱਗਦੀ ਆ। ਮੈਂ ਕਿਉਂ? ਕਹਿੰਦੇ ਇਹ ਥੋੜੀ ਮਾੜੀ ਆ ਜੀ। ਮਤਲਬ ਸਵਾਲ ਇਹ ਆ ਕਿ ਜਿਹੜੀ ਕੁਦਰਤੀ ਖੇਤੀ ਆ ਇਹਦਾ ਜਿਹੜਾ ਸਟਾਰਟਿੰਗ ਪੁਆਇੰਟ ਆ ਉਹ ਸੋਇਲ ਦੀ ਹੈਲਥ ਤੋਂ ਸ਼ੁਰੂ ਹੁੰਦਾ। ਜੇ ਤੁਸੀਂ ਸੋਇਲ ਦੀ ਹੈਲਥ ਮਜ਼ਬੂਤ ਕਰ ਲਈ ਤੁਸੀਂ ਕੁਦਰਤੀ ਖੇਤੀ ਕਰ ਲਈ, ਕਾਮਯਾਬ ਹੋ ਗਏ ਜੀ। ਜੇ ਤੁਸੀਂ ਸੋਇਲ ਦੀ ਹੈਲਥ ਹੀ ਕਿਉਂ ਜੇ ਪੋਰ ਮੁੱਕਿਆ ਜਾਵੇ DAP ਵਾਲਾ ਕਿਉਂ ਨਹੀਂ ਆਉਂਦਾ ਉਹਦੇ ਤੇ ਬੱਲੀ ਕਿਉਂ ਨਹੀਂ ਆਉਂਦੀ? ਹਾਂਜੀ ਹਰਾ ਤਾਂ ਹੁੰਦਾ ਉਹ ਵੀ ਪਰ ਦਾਣਾ ਕਿਉਂ ਨਹੀਂ ਆਉਂਦਾ? ਕਾਰਨ ਕੀ ਆ ਉਹਦਾ? ਇਹ ਕਿ ਤੁਸੀਂ ਆਪਣੀ ਸੋਇਲ ਆ ਜਿਹੜੀ ਉਹ ਡੈਡ ਕਰ ਲਈ ਜੀ। ਹੁਣ ਡੈਡ ਸੋਇਲ ਨੂੰ ਤੁਸੀਂ ਕਿੰਨਾ ਕੁ ਚਿਰ ਕੈਮੀਕਲ ਦੇ ਕੇ ਚਲਾ ਲਓਗੇ? ਇਹ ਤਾਂ ਕੁਝ ਸਾਲਾਂ ਤੱਕ ਇਹ ਵੈਸੇ ਹੀ ਡੈਡ ਹੋ ਜਾਣੀ ਆ ਜੀ। ਇਸ ਕਰਕੇ ਉਹ ਜਦੋਂ ਜਮਾਂ ਡੈਡ ਹੋ ਗਈ ਜੀ, ਮਤਲਬ ਬਿਨਾਂ ਪੈਸਿਆਂ ਤੋਂ ਬੈ ਹੋਊਗੀ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਲਈਏ, ਉਦੋਂ ਫਿਰ ਉਹਦਾ ਫਾਇਦਾ ਕੀ ਜਦੋਂ ਉਹਨੇ ਕਲਰ ਹੀ ਉਹ ਬਣ ਗਿਆ। ਮਤਲਬ ਕਲਰ ਵਾਲੀ ਜ਼ਮੀਨ ਤੇ ਦੂਸਰੀ ਜਿਹੜੀ ਉਪਜਾਊ ਜ਼ਮੀਨ ਆ ਉਹਦੇ 'ਚ ਫਰਕ ਕੀ ਆ ਜੀ? ਉਹ ਡੈਡ ਕਿਉਂ ਆ? ਕਲਰ ਵਾਲੀ ਨੂੰ ਡੈਡ ਕਿਉਂ ਕਹਿੰਦੇ ਆ? ਕਿਉਂਕਿ ਉਹਦੇ 'ਚ ਮਾਈਕਰੋ ਆਰਗੇਨਿਜ਼ਮ ਨਹੀਂ ਹੈਗਾ ਜੀ। ਠੀਕ ਹੈ ਨਾ? ਜਿਹੜੀ ਉਪਜਾਊ ਜ਼ਮੀਨ ਆ ਉਹਦੇ 'ਚ ਮਾਈਕਰੋ ਆਰਗੇਨਿਜ਼ਮ ਵੀ ਹੈਗਾ ਜੀ। ਠੀਕ ਹੈ ਨਾ? ਇਸ ਕਰਕੇ ਅਗਰ ਤੁਸੀਂ ਆਪਣੀ ਖੇਤੀ ਨੂੰ ਇੱਧਰ ਲੈ ਕੇ ਆਉਣਾ ਤਾਂ ਮਤਲਬ ਦੁਨੀਆ ਦਾ ਤਜਰਬਾ ਇਹ ਆ ਕਿ ਤੁਹਾਨੂੰ 3 ਤੋਂ 5 ਸਾਲ ਲੱਗ ਜਾਂਦੇ ਨੇ ਕਿ ਤੁਸੀਂ ਆਪਣੀ ਜ਼ਮੀਨ ਨੂੰ ਪੂਰੀ ਤਰ੍ਹਾਂ ਨੈਚੁਰਲ ਕਰਨ ਦੇ ਵਿੱਚ ਜੀ। ਉਹ 3 ਤੋਂ 5 ਸਾਲਾਂ ਦਾ ਜਿਹੜਾ ਗੈਪ ਆ ਉਹਨੂੰ ਕਿਵੇਂ ਪੂਰਾ ਕੀਤਾ ਜਾਵੇ ਇਹ ਹਰੇਕ ਕਿਸਾਨ ਦੀ ਅਮਲੀ ਦਾ ਨਸ਼ਾ ਛੱਡਣ ਵਾਲੀ ਗੱਲ ਆ। ਅਮਲੀ ਦਾ ਨਸ਼ਾ ਛੱਡਣ ਜੀ ਜੀ ਬਿਲਕੁਲ ਹਾਂਜੀ। ਉਹ ਹਰੇਕ ਕਿਸਾਨ ਦੀ ਪ੍ਰੋਬਲਮ ਆ। ਉੱਥੇ ਸਾਡੇ ਲਈ ਜ਼ਰੂਰੀ ਆ ਕਿ ਸਟੇਟ ਇੰਟਰਵੈਂਸ਼ਨ ਕਰੇ, ਕਿ ਸਟੇਟ ਆ ਜਿਹੜੀ ਮਤਲਬ ਅਸੀਂ ਇਹ ਡਿਮਾਂਡ ਕਰਦੇ ਹਾਂ ਘੱਟ ਤੋਂ ਘੱਟ 3 ਸਾਲ ਕਿਸਾਨਾਂ ਦੀ ਬਾਂਹ ਫੜੇ ਉਹ ਤੋਂ ਬਾਅਦ ਤਾਂ ਫਿਰ ਉਹਨਾਂ ਨੇ ਆਪਣੇ ਆਪ ਹੀ ਉਹ ਹੋ ਜਾਣਾ ਜੀ ਜੀ। ਦੂਸਰੀ ਗੱਲ ਇਹਦੇ 'ਚ ਅਸੀਂ ਕਈ ਵੀ ਆਉਂਦਾ ਨਾ ਵੀ ਜਿਹੜਾ ਮਤਲਬ ਮੰਡੀਕਰਨ ਦਾ ਫਿਰ MSP ਦੀ ਰੌਲਾ ਤਾਂ ਹੀ ਪੈ ਰਿਹਾ ਵੀ 2 ਫਸਲਾਂ ਤੇ MSP ਆ ਤਾਂ ਹੀ ਕਿਸਾਨ ਲੜ ਰਹੇ ਨੇ, ਦੂਜੀਆਂ ਤੇ ਹੈ ਨਹੀਂ ਗੀ। ਫਿਰ ਉੱਥੇ ਕੀ ਜਾਣਗੇ? ਉਹਨਾਂ ਦਾ ਪਹਿਲਾਂ ਬੁਰਾ ਹਾਲ ਹੋ ਜਾਂਦਾ ਜਦੋਂ ਬੀਜਦੇ ਵੀ। ਹੁਣ ਗੰਨੇ ਦੀ ਗੱਲ ਕਰੀਏ ਤੁਸੀਂ, ਮਤਲਬ ਹਾਈ ਕੋਰਟ ਜਾ ਕੇ ਪੈਸੇ ਲੈਣੇ ਪੈ ਰਹੇ ਇਹਨਾਂ ਨੂੰ। ਤੋਂ ਸਵਾਲ ਇਹ ਆ ਨਾ ਕਿ ਅਸੀਂ ਇੱਕ ਗੱਲ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਸਾਨੂੰ ਖੇਤੀ ਦਾ ਪੂਰਾ ਡਿਜ਼ਾਈਨ ਪੂਰੇ ਦਾ ਪੂਰਾ ਮਾਡਲ ਬਦਲਣਾ ਪਊਗਾ ਜੀ। ਉਹਦੇ 'ਚ ਪਹਿਲਾਂ ਤਾਂ ਤੁਹਾਨੂੰ ਇਹ ਮਤਲਬ ਇੱਕ ਐਸਟੀਮੇਟ ਕਰਨਾ ਪਊ ਨਾ ਕਿ ਪੰਜਾਬ ਦੀ ਮਤਲਬ ਜ਼ਰੂਰਤ ਕੀ ਆ ਜੀ। ਇਹਨੂੰ ਅਨਾਜ ਕਿੰਨਾ ਚਾਹੀਦਾ ਜੀ, ਇਹਨੂੰ ਚੀਨੀ ਜਾਂ ਗੁੜ ਕਿੰਨਾ ਚਾਹੀਦਾ ਜੀ, ਇਹਨੂੰ ਸਬਜ਼ੀਆਂ ਕਿੰਨੀਆਂ ਚਾਹੀਦੀਆਂ ਨੇ, ਇਹਨੂੰ ਹਾਰਟੀਕਲਚਰ ਦਾ ਸਮਾਨ ਆ ਜਿਹੜਾ ਫਲ ਫਰੂਟ ਆ ਉਹ ਕਿੰਨਾ ਚਾਹੀਦਾ ਜੀ, ਮਤਲਬ ਤੇਲ ਬੀਜ ਕਿੰਨੇ ਚਾਹੀਦੇ ਨੇ, ਦਾਲਾਂ ਕਿੰਨੀਆਂ ਚਾਹੀਦੀਆਂ ਨੇ। ਮਤਲਬ ਇਹ ਸਾਰੀਆਂ ਚੀਜ਼ਾਂ ਦੀ ਪਹਿਲੀ ਤੁਹਾਨੂੰ ਇੱਕ ਪਲਾਨਿੰਗ ਕਰਨੀ ਪਊ। ਤੁਹਾਨੂੰ ਜ਼ਰੂਰਤ ਕੀ ਆ? ਰਿਕੁਆਇਰਮੈਂਟ ਕੀ ਆ ਸਾਡੀ ਜ਼ਰੂਰਤ? ਮਤਲਬ ਜੇ ਤੁਸੀਂ ਪੰਜਾਬੀ ਸਮਾਜ ਦੀ ਗੱਲ ਕਰਦੇ ਹੋ ਤਾਂ ਪੰਜਾਬੀ ਸਮਾਜ ਦੀ ਜ਼ਰੂਰਤ ਕੀ ਆ ਜੀ? ਮੈਂ ਕਹਿੰਦਾ ਵੀ ਪੰਜਾਬੀ ਸਮਾਜ ਤਾਂ ਇੱਕ ਇੰਨਾ ਖੁਸ਼ਕਿਸਮਤ ਸਮਾਜ ਆ ਜੀ। ਅੱਜ ਵੀ ਅਗਰ ਜੇ ਸਾਰੇ ਸਾਡੇ ਗੁਰਦੁਆਰੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹ ਇਸ ਗੱਲ ਤੇ ਆ ਜੇ ਕਿ ਅਸੀਂ ਕਿਸਾਨਾਂ ਦੀ ਬਾਂਹ ਫੜਨ ਲਈ ਤਿਆਰ ਆ, ਅਸੀਂ ਸਾਰੀ ਜਿਹੜਾ ਸਾਡਾ ਮਤਲਬ ਜਿੰਨਾ ਵੀ ਫੂਡ ਆ ਸਾਡੇ ਲੰਗਰਾਂ ਦੇ ਵਿੱਚ ਜਾਂ ਜਿੰਨੀਆਂ ਵੀ ਸਾਡੀਆਂ ਜ਼ਰੂਰਤਾਂ ਨੇ ਅਸੀਂ ਉਹ ਕੁਦਰਤੀ ਲੈਣ ਲਈ ਤਿਆਰ ਹਾਂ। ਕਿਸਾਨ ਸਾਡੇ ਨਾਲ ਬੈਠ ਕੇ ਐਗਰੀਮੈਂਟ ਕਰਨ। 25% ਪੰਜਾਬ ਦੇ ਕਿਸਾਨਾਂ ਦਾ ਇਕੱਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਖਰੀਦ ਲੂਗੀ ਜੀ। ਕਿਆ ਬਾਤ ਆ। ਠੀਕ ਆ ਨਾ? ਇਸ ਕਰਕੇ ਇਹ ਚੱਕਰ ਇਹ ਆ ਵੀ ਜੇ ਕਿਸਾਨ ਪਹਿਲਾਂ ਇਸ ਗੱਲ ਤੇ ਆਵੇ ਤਾਂ ਫਿਰ ਅਸੀਂ ਕਿਸਾਨਾਂ ਦੀ ਕਹਿ ਸਕਦੇ ਹਾਂ ਨਾ ਕਿ 3 ਤੋਂ 5 ਸਾਲ ਦਾ ਜਿਹੜਾ ਉਹਨਾਂ ਦਾ ਪਿਛਲੇ ਦਿਨ ਹੀ ਰੌਲਾ ਇਹ ਪੈਂਦਾ ਰਿਹਾ ਵੀ ਉਹਨਾਂ ਨੇ ਮਾਰਕਫੈੱਡ ਦਾ ਘਿਓ ਛੱਡ ਕੇ ਪਤਾ ਨਹੀਂ ਉਧਰ ਕਿਸੇ ਨਾਗਪੁਰ ਦੀ ਫੈਕਟਰੀ ਤੋਂ ਲੈ ਲਿਆ। ਇਹਦਾ ਮਤਲਬ ਪੰਜਾਬ ਦੇ ਕਿਸਾਨਾਂ ਦਾ ਤਾਂ ਉਹ ਦੁੱਧ ਲੈਣ ਨੂੰ ਵੀ ਤਿਆਰ ਨਹੀਂ ਹੈਗੇ ਸ਼੍ਰੋਮਣੀ ਕਮੇਟੀ ਵਾਲੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਕੀ ਜਿਹੜੀ ਮਤਲਬ ਸਾਡੇ ਗੁਰਦੁਆਰੇ ਨੇ ਕੀ ਤੁਸੀਂ ਇਹਨੂੰ ਮਾਰਕੀਟ ਐਂਗਲ ਤੋਂ ਚਲਾਓਗੇ ਜਾਂ ਇਹਨੂੰ ਤੁਸੀਂ ਧਾਰਮਿਕ ਐਂਗਲ ਤੋਂ ਚਲਾਉਣਾ ਚਾਹੁੰਦੇ ਹੋ?
ਮਾਰਕੀਟ ਐਂਗਲ ਤਾਂ ਇਹ ਕਹਿੰਦਾ ਵੀ ਮਹਾਰਾਸ਼ਟਰ ਵਾਲਿਆਂ ਨੇ ਤੁਹਾਨੂੰ 350 ਰੁਪਏ ਘਿਓ ਦੇਤਾ ਦੇਸੀ ਜੀ, ਤੁਸੀਂ ਆਪ ਪੰਜਾਬ 'ਚ ਰਹਿੰਦੇ ਹੋ, 350 ਰੁਪਇਆ ਦੇਸੀ ਘਿਓ ਕਿਵੇਂ ਤਿਆਰ ਕਰ ਲਓਗੇ ਤੁਸੀਂ ਜੀ? ਕਿਤੇ ਵੀ ਦੱਸੋ ਨਾ ਵੀ ਇਹ ਕੋਈ ਲੌਜਿਕ ਹੀ ਨਹੀਂ ਹੈਗਾ। ਉਹਦਾ ਮਤਲਬ ਤੁਸੀਂ ਡੁਪਲੀਕੇਟ ਲੋਕਾਂ ਨੂੰ ਚੀਜ਼ਾਂ ਖਵਾ ਰਹੇ ਹੋ। ਸ਼੍ਰੋਮਣੀ ਕਮੇਟੀ ਡੁਪਲੀਕੇਟ ਖਰੀਦ ਰਹੀ ਆ ਕਿਉਂਕਿ ਹੋ ਸਕਦਾ ਉਹਨਾਂ ਨੂੰ ਕਮਿਸ਼ਨ ਮਿਲਦਾ ਹੋਵੇ ਜਿਹੜੇ ਖਰੀਦਦੇ ਨੇ, ਪਰ ਉੱਥੇ ਕਿਹੜਾ ਕੋਈ ਬਹੁਤ ਸਾਫ਼ ਸੁਥਰੇ ਲੋਕ ਬੈਠੇ ਨੇ, ਉੱਥੇ ਵੀ ਇਹੀ ਕੁਛ ਆ। ਇਸ ਕਰਕੇ ਅਗਰ ਅਸੀਂ ਇੱਧਰ ਨੂੰ ਜਾਣਾ ਤਾਂ ਸਾਨੂੰ ਸਾਡੀ ਡਿਮਾਂਡ ਇਹ ਆ ਕਿ 50% ਸਟੇਟ ਗਵਰਨਮੈਂਟ ਦਾ ਔਰ 50% ਸੈਂਟਰ ਗਵਰਨਮੈਂਟ ਦਾ ਬਜਟ ਖੇਤੀ ਲਈ ਇੱਕ ਸੈਪਰੇਟ ਬਜਟ ਬਣੇ ਜੀ, ਔਰ ਉਹ ਬਜਟ ਕਿਸਾਨ ਆਪਣੇ ਤਰੀਕੇ ਨਾਲ ਖਰਚਣ ਜੀ। ਉਹਦੇ 'ਚ ਕਿਸੇ ਸਰਕਾਰ ਦਾ, ਕਿਸੇ ਮੰਤਰੀ ਸੰਤਰੀ ਦਾ, ਕਿਸੇ ਅਫਸਰ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ। ਉਹ ਕਿਸਾਨ ਦੇਖਣ ਕਿ ਕਿਹੜੀ ਚੀਜ਼ ਤੇ ਉਹਨਾਂ ਨੇ ਕਿਵੇਂ ਉਹ ਕਰਨਾ ਜੀ। ਉਹ ਆਪਣੀ ਪੂਰੀ ਪਹਿਲਾਂ ਪ੍ਰੋਜੈਕਟ ਰਿਪੋਰਟ ਬਣਾ ਕੇ ਦੱਸ ਸਕਦੇ ਨੇ ਜੀ ਵੀ ਸੋਇਲ ਦੀ ਇੰਪਰੂਵਮੈਂਟ ਤੇ ਅਸੀਂ ਆਹ ਕਰਾਂਗੇ, ਵਾਟਰ ਇੰਪਰੂਵਮੈਂਟ ਤੇ ਅਸੀਂ ਆਹ ਕਰਾਂਗੇ, ਇਹ ਚੀਜ਼ ਤੇ ਆਹ ਕਰਾਂਗੇ, ਇਹ ਚੀਜ਼ ਤੇ ਆਹ ਕਰਾਂਗੇ ਜੀ। ਉਹਦੇ 'ਚ ਕੀ ਆ, ਜਿਹੜੀ ਸਾਡੀ ਖੇਤੀ ਆ ਨਾ, ਫਿਰ ਇੱਕ ਦੂਸਰੇ ਦੀ ਸਪੋਰਟ ਕਰਨ ਲੱਗ ਜੂਗੀ। ਮੰਨ ਲਓ ਜੇ ਤੁਸੀਂ ਦਾਲਾਂ ਬੀਜਦੇ ਹੋ, ਇੱਕ ਸਾਲ ਤੁਸੀਂ ਦਾਲ ਬੀਜਦੇ ਹੋ, ਇਹਦਾ ਮਤਲਬ ਦਾਲਾਂ ਕੀ ਕਰਦੀਆਂ ਨੇ, ਉਹ ਨੈਚੁਰਲੀ ਨਾਈਟ੍ਰੋਜਨ ਫਿਕਸਿੰਗ ਕਰਦੀਆਂ ਨੇ ਨਾ ਜੀ। ਬਿਲਕੁਲ, ਤਾਂ ਹਾਂ ਜੀ। ਹੁਣ ਤੁਸੀਂ ਇਹ ਦੇਖੋ ਜਿਹੜੇ ਯੂਰੀਏ ਦੇ ਕਾਰਖਾਨੇ ਨੇ ਆਪਣੇ ਨੇੜੇ, ਸਭ ਤੋਂ ਬਠਿੰਡੇ ਵਾਲਾ ਨੈਸ਼ਨਲ ਫਰਟੀਲਾਈਜ਼ਰ, ਇਹ ਨਾਈਟ੍ਰੋਜਨ ਕਿੱਥੋਂ ਲੈ ਕੇ ਆਉਂਦਾ? ਹਵਾ 'ਚੋਂ ਹੀ ਲੈ ਰਿਹਾ ਨਾ ਜੀ, ਕਿਉਂਕਿ ਹਵਾ 'ਚ 78% ਨਾਈਟ੍ਰੋਜਨ ਆ ਜੀ। ਜਿਹੜੇ ਸਾਡੇ ਪੌਦੇ ਨੇ ਉਹ ਨਾਈਟ੍ਰੋਜਨ ਕਿੱਥੋਂ ਲੈਂਦੇ ਨੇ ਜੀ? ਉਹ ਵੀ ਹਵਾ 'ਚੋਂ ਹੀ ਲੈਂਦੇ ਨੇ, ਕਿਉਂਕਿ 78% ਹਵਾ 'ਚ ਉਹਨਾਂ ਨੂੰ ਨਾਈਟ੍ਰੋਜਨ ਮਿਲ ਰਹੀ ਆ ਜੀ। ਮਤਲਬ ਐਸੇ ਤਰ੍ਹਾਂ ਜੇ ਤੁਸੀਂ ਉਹ ਚੀਜ਼ਾਂ ਉਹ ਕਰਦੇ ਹੋ ਕਿ ਨਾਈਟ੍ਰੋਜਨ ਫਿਕਸਿੰਗ ਕਿਵੇਂ ਕਰਨੀ ਆ ਜੀ, ਫਿਰ ਜੇ ਤੁਹਾਡੀ ਫਾਸਫੋਰਸ ਘਟਦੀ ਆ ਤਾਂ ਤੁਹਾਡੇ ਕੋਲੇ ਉਹ ਐਲੀਮੈਂਟ, ਉਹ ਮਾਈਕਰੋ ਆਰਗੇਨਿਜ਼ਮ ਦੇ ਵਿੱਚ ਤੁਹਾਡੇ ਕੋਲੇ ਉਹ ਚੀਜ਼ਾਂ ਹੈ ਜਿਹੜੀਆਂ ਸਿਰਫ ਤੇ ਸਿਰਫ ਤੁਹਾਡੀ ਮਤਲਬ ਫਾਸਫੋਰਸ ਫਿਕਸਿੰਗ ਹੀ ਕਰਨਗੀਆਂ। ਮਤਲਬ ਇਹ ਚੀਜ਼ਾਂ ਤੇ ਤਾਂ ਅਸੀਂ ਸਾਇੰਸ ਨੂੰ ਲਾ ਦਈਏ ਜੇ, ਇਹ ਤਾਂ ਉਹ ਤਾਂ ਮਤਲਬ ਇਹ ਤਾਂ ਬਹੁਤ ਹੀ ਈਜ਼ੀ ਕੰਮ ਆ। ਬਿਲਕੁਲ। ਔਰ ਜਿਹਦੇ 'ਚ ਤੁਹਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ, ਤੁਹਾਨੂੰ ਫਰਟੀਲਾਈਜ਼ਰ ਪਾਉਣ ਦੀ ਲੋੜ ਨਹੀਂ, ਨੈਚੁਰਲ ਤਰੀਕੇ ਦੇ ਨਾਲ। ਮਤਲਬ ਸਾਡਾ ਕੁਦਰਤੀ ਖੇਤੀ ਤੋਂ ਮਤਲਬ ਬਲਦ ਬੋਤੇ ਦੀ ਖੇਤੀ ਨਹੀਂ ਹੈਗੀ ਜੀ। ਸਾਡਾ ਕੁਦਰਤੀ ਖੇਤੀ ਤੋਂ ਮਤਲਬ ਹੈ ਕਿ ਜਿੰਨਾ ਗਿਆਨ ਵਿਗਿਆਨ ਅੱਜ ਸਾਡੇ ਕੋਲ ਆ ਗਿਆ ਜੀ, ਉਸ ਗਿਆਨ ਵਿਗਿਆਨ ਨੂੰ ਅਸੀਂ ਖੇਤੀ ਦੇ ਵਿੱਚ ਕਿਵੇਂ ਉਪਯੋਗ ਕਰੀਏ ਉਹਦਾ, ਤਾਂ ਕਿ ਖੇਤੀ ਦੇ ਜਿਹੜੇ ਸਾਰੇ ਪ੍ਰੋਡਕਟ ਨੇ ਉਹ ਜ਼ਿਆਦਾ ਹੈਲਦੀ ਬਣਨ, ਉਹ ਉਹਨਾਂ ਦੇ ਵਿੱਚ ਨਿਊਟ੍ਰੀਸ਼ਨ ਦੀ ਮਾਤਰਾ ਜ਼ਿਆਦਾ ਹੋਵੇ, ਔਰ ਜਿਹੜੀ ਕਿ ਹਿਊਮਨ ਹੈਲਥ ਔਰ ਸਾਡੇ ਪਸ਼ੂਆਂ ਦੀ ਹੈਲਥ, ਸਾਡੇ ਜਾਨਵਰਾਂ ਦੀ ਹੈਲਥ ਦੇ ਉੱਪਰ ਚੰਗਾ ਅਸਰ ਪਾਵੇ। ਫਿਰ ਸਾਨੂੰ ਹਸਪਤਾਲਾਂ ਦੀ ਥੋੜ੍ਹੀ ਜ਼ਰੂਰਤ ਆ, ਫਿਰ ਅਸੀਂ ਇਹ ਥੋੜ੍ਹੀ ਡਿਮਾਂਡ ਕਰਾਂਗੇ ਕਿ ਹਰ ਜ਼ਿਲ੍ਹੇ ਦੇ ਵਿੱਚ ਸੁਪਰ ਸਪੈਸ਼ਲਿਟੀ ਵਾਲਾ ਹਸਪਤਾਲ ਹੋਵੇ। ਫਿਰ ਤਾਂ ਅਸੀਂ ਇੱਧਰ ਨੂੰ ਜਾਵਾਂਗੇ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹਸਪਤਾਲ ਆ ਜਿਹੜੇ ਉਹ ਬੰਦ ਹੋ ਗਏ। ਅਸੀਂ ਹਸਪਤਾਲ ਲੈਣੇ ਨਹੀਂ, ਅਸੀਂ ਹਸਪਤਾਲ ਬੰਦ ਕਰਾਉਣੇ ਆ, ਕਿਉਂਕਿ ਉਹਦੇ 'ਚ ਤੁਹਾਨੂੰ ਇੱਕ ਅਲੱਗ ਸਿਸਟਮ ਦੀ, ਇੱਕ ਅਲੱਗ ਖੇਤੀ ਦੇ ਡਿਜ਼ਾਈਨ ਦੀ ਜ਼ਰੂਰਤ ਆ। ਅਸੀਂ ਉਸ ਡਿਜ਼ਾਈਨ ਵਾਲੇ ਪਾਸੇ ਨੂੰ ਜਾ ਰਹੇ ਹਾਂ। ਜਿਹੜਾ ਮੌਜੂਦਾ ਚੱਲ ਰਿਹਾ ਸੰਘਰਸ਼, ਇਹਦੇ 'ਚੋਂ ਕੀ ਸਮਝਦੇ ਹੋ? ਆਖਰ 'ਚ ਜਾਂਦੇ ਆਪਾਂ ਇਹਦੀ ਵੀ ਗੱਲ ਕਰ ਲਈ ਵੀ ਇਹਦਾ ਕੋਈ ਵਕਤੀ ਤੌਰ 'ਤੇ ਫਾਇਦਾ ਹੋਊਗਾ ਜਾਂ ਕੋਈ ਲੌਂਗ ਟਰਮ ਇਹਦੇ ਵਿੱਚ ਫਾਇਦਾ ਹੋ ਸਕਦਾ? ਨਹੀਂ, ਉਹਦੇ 'ਚ ਦੇਖੋ ਇਹ ਆ ਵੀ ਇਸ ਸੰਘਰਸ਼ ਨੇ ਇੱਕ ਕੰਮ ਜਿਹੜਾ ਸਭ ਤੋਂ ਵਧੀਆ ਕੀਤਾ ਉਹ ਇਹ ਆ ਕਿ ਲੋਕਾਂ ਦੇ ਵਿੱਚ ਇੱਕ ਇਸ ਕਿਸਮ ਦੀ ਚੇਤਨਤਾ ਡਿਵੈਲਪ ਕੀਤੀ ਆ ਕਿ ਹੁਣ ਕਾਰਪੋਰੇਟ ਸਾਨੂੰ ਖੇਤੀ ਦੇ ਵਿੱਚ ਰਹਿਣ ਨਹੀਂ ਦੇਊਗਾ ਜੀ। ਇਹ ਕਾਨੂੰਨ ਜਿਹੜੇ ਆ ਗਏ, ਇਹ ਤਿੰਨੇ ਕਾਨੂੰਨ ਪੂਰੀ ਦੀ ਪੂਰੀ ਖੇਤੀ ਨੂੰ ਬਾਜ਼ਾਰਵਾਦ ਦੇ ਹਵਾਲੇ ਕਰਨਾ ਚਾਹੁੰਦੇ ਨੇ। ਔਰ ਲੋਕ ਜਿੰਨੇ ਵੀ ਆ ਰਹੇ ਨੇ, ਧਰਨਿਆਂ ਮੁਜ਼ਾਹਰਿਆਂ ਦੇ ਵਿੱਚ ਆ ਰਹੇ ਨੇ ਜਾਂ ਕਿਸੇ ਵੀ ਪ੍ਰਦਰਸ਼ਨ ਦੇ ਵਿੱਚ ਆ ਰਹੇ ਨੇ, ਉਹਨਾਂ ਦੇ ਇੱਕ ਗੱਲ ਸਮਝ ਦੇ ਵਿੱਚ ਆ ਗਈ ਕਿ ਹੁਣ ਸਾਡਾ ਖੈਰ ਨਹੀਂ ਹੈਗੀ, ਮਤਲਬ ਸਾਨੂੰ ਕਾਰਪੋਰੇਟ ਖੇਤੀ ਚੋਂ ਬਾਹਰ ਕਰੂਗਾ। ਉਹਦਾ ਅਲਟਰਨੇਟਿਵ ਸਿਰਫ ਇਹ ਨਹੀਂ ਹੈਗਾ ਵੀ ਜਿਵੇਂ ਕੁਛ ਲੋਕ ਸੋਚਦੇ ਨੇ ਵੀ ਜੇ ਇੱਕ ਕਾਨੂੰਨ ਬਣ ਜੇ ਵੀ MSP ਜਾਰੀ ਰਹੂਗੀ, ਇੱਕ ਕਾਨੂੰਨ ਬਣ ਜੇ ਕਿ ਸਰਕਾਰ ਖਰੀਦ ਜਾਰੀ ਰੱਖੂਗੀ। ਉਹਦਾ ਅਲਟਰਨੇਟਿਵ ਇਹ ਚੀਜ਼ ਨਹੀਂ ਬਣ ਸਕਦੀ। ਇਹ ਤਾਂ ਬਹੁਤ ਹੀ ਟੈਂਪਰੇਰੀ ਗੱਲ ਤਾਂ ਬਣ ਸਕਦੀ ਹੈ, ਪਰ ਇਹਦਾ ਰੀਅਲ ਅਲਟਰਨੇਟਿਵ ਇਹੀ ਬਣ ਸਕਦਾ ਕਿ ਤੁਸੀਂ ਇੱਕ ਖੇਤੀ ਦਾ ਪੂਰਾ ਡਿਜ਼ਾਈਨ ਬਦਲੋ ਔਰ ਇਹਨੂੰ ਪ੍ਰਕਿਰਤਿਕ ਮੋਡ 'ਤੇ ਲੈ ਕੇ ਆਓ। ਔਰ ਫਿਰ ਇਹ ਹੈ ਕਿ ਜੇ ਅਸੀਂ ਮਲਟੀਨੈਸ਼ਨਲ ਕੰਪਨੀਆਂ ਦਾ ਮੁਕਾਬਲਾ ਕਰਨਾ ਤਾਂ 2-2.5 ਕਿੱਲਿਆਂ ਦੀ ਖੇਤੀ ਵਾਲਾ ਕਿਸਾਨ ਨਹੀਂ ਕਰ ਸਕਦਾ, ਉਹਨੂੰ ਕੋਆਪਰੇਟਿਵ ਖੇਤੀ ਕਰਨੀ ਪਊਗੀ। ਜਦੋਂ ਅਸੀਂ ਕੋਆਪਰੇਟਿਵ ਖੇਤੀ ਦੀ ਗੱਲ ਕਰਦੇ ਹਾਂ ਤਾਂ ਉਹਦਾ ਮਤਲਬ ਪੁਰਾਣਾ ਉਹ ਕੋਆਪਰੇਟਿਵ ਨਹੀਂ ਜਿਹੜਾ ਸਾਡੇ ਅੱਜ ਕੱਲ੍ਹ ਚੱਲ ਰਿਹਾ, ਜਿਹਦੇ 'ਚ ਸਾਰੀ ਦੀ ਸਾਰੀ ਪਾਵਰ ਆ ਜਿਹੜੀ ਉਹ ਮਤਲਬ ਅਫਸਰਸ਼ਾਹੀ ਕੋਲੇ ਜਾਂ ਰਾਜਨੀਤਿਕ ਲੋਕਾਂ ਕੋਲੇ। ਸਾਡਾ ਕੋਆਪਰੇਟਿਵ ਦਾ ਮਤਲਬ ਪੀਪਲ ਲੈਡ ਔਰ ਇਨਵਾਇਰਨਮੈਂਟ ਲੈਡ ਕੋਆਪਰੇਟਿਵ ਸਿਸਟਮ, ਜਿਹਦੇ 'ਚ ਹਰ ਚੀਜ਼ ਇਨਵਾਇਰਨਮੈਂਟ ਨੂੰ ਸਾਹਮਣੇ ਰੱਖ ਕੇ, ਕਿਉਂਕਿ ਇਨਵਾਇਰਨਮੈਂਟ ਮੂਵਮੈਂਟ ਔਰ ਫਾਰਮਰ ਮੂਵਮੈਂਟ ਇਹ ਇੱਕੋ ਹੀ ਨੇ ਦੋਨੇ ਜੀ। ਜੇ ਅਸੀਂ ਇਨਵਾਇਰਨਮੈਂਟ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਨੈਚੁਰਲ ਖੇਤੀ ਕਰਨ ਤੋਂ ਸਿਵਾਏ ਸਾਡੇ ਕੋਲ ਹੋਰ ਕੋਈ ਰਸਤੇ ਨਹੀਂ।
ਫਿਰ ਹੀ ਸਾਡਾ এনवायरमेंट ਬਚੂਗਾ। ਇਸ ਲਈ ਸਾਨੂੰ ਇਹ ਲੱਗਦਾ ਕਿ ਇਸ ਮੂਵਮੈਂਟ ਨੇ ਕਿਸਾਨਾਂ ਦੇ ਅੰਦਰ ਇੱਕ ਜਾਗਰਤੀ ਤਾਂ ਪੈਦਾ ਕਰਤੀ ਕਿ ਜਿਹੜੀਆਂ ਸਾਰੀਆਂ ਸਰਕਾਰਾਂ ਨੇ ਕਾਰਪੋਰੇਟ ਦੀਆਂ ਨੇ ਔਰ ਉਹ ਕਾਰਪੋਰੇਟਾਂ ਨੂੰ ਖੇਤੀ ਦੇਣਾ ਚਾਹੁੰਦੀਆਂ ਨੇ। ਔਰ ਅਸੀਂ ਪਹਿਲਾਂ ਉਹ ਗੱਲਾਂ ਨਹੀਂ ਸਮਝੇ ਜਦੋਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਵੀ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ, ਔਰ ਹੁਣ ਉਹ ਗੱਲ ਸਾਹਮਣੇ ਆ ਗਈ ਵੀ ਕੈਲੀਫੋਰਨੀਆ ਬਣੂਗਾ ਇਹ। ਔਰ ਕੈਲੀਫੋਰਨੀਆ ਦੀ ਪੋਜੀਸ਼ਨ ਇਹ ਆ ਨਾ ਕਿ ਅਮਰੀਕਾ ਦੇ ਵਿੱਚ ਕੈਦੀਆਂ ਦੀ ਗਿਣਤੀ ਵੱਧ ਆ ਔਰ ਕਿਸਾਨਾਂ ਦੀ ਗਿਣਤੀ ਘੱਟ ਆ। ਜੇ ਅਸੀਂ ਵੀ ਸਾਡੇ 24,000 ਕੈਦੀ ਨੇ ਪੰਜਾਬ ਦੇ ਵਿੱਚ, ਤਾਂ ਜੇ ਅਸੀਂ ਇਹਨੂੰ ਉਨੇ ਕੀ ਲੈ ਕੇ ਆਉਣਾ, ਉਹੀ ਡਿਜ਼ਾਈਨ ਉਰੇ ਲੈ ਕੇ ਆਉਣਾ ਕੈਦੀਆਂ ਵਾਲਾ, ਤਾਂ ਫਿਰ ਸਾਡੇ ਕਿਸਾਨਾਂ ਨੂੰ ਖੇਤੀ 'ਚ ਉਹ ਬਾਹਰ ਕਰ ਹੀ ਦੇਣਗੇ ਔਰ ਖੇਤੀ ਉਹਨਾਂ ਨੇ ਸਾਹਮਣੀ ਆ। ਨਹੀਂ ਹੁਣ ਜਦੋਂ ਆਪਾਂ ਤਾਂ ਗੱਲ ਕਰਦੇ ਹਾਂ ਵੀ ਇੱਕ ਇਹ ਜਾਗਰਤੀ ਤਾਂ ਆਈ ਆ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ, ਬਹੁਰਾਸ਼ਟਰੀ ਕੰਪਨੀਆਂ ਨੂੰ ਜਾਂ ਉਹਨਾਂ ਨੂੰ ਆਪਦਾ ਭਵਿੱਖ ਦਿਸਣ ਲੱਗ ਗਿਆ, ਤਾਂ ਇਹਦੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਦਾ ਕੀ ਰੋਲ ਹੋਵੇ? ਜਿਹੜਾ ਤੁਹਾਡੇ ਵਾਲਾ ਕਨਸੈਪਟ ਹੈ ਕਿਵੇਂ ਜਾ ਸਕਦਾ ਕਿਸਾਨਾਂ ਦੇ ਵਿੱਚ? ਇਹਨੂੰ ਲਿਜਾਣ ਦੇ ਲਈ ਵੀ ਕੋਈ ਰੋਡ ਮੈਪ ਤਿਆਰ ਕਰੋ ਨਾ, ਫੇਰ ਹੀ ਇਹ ਗੱਲ ਹੈ। ਮਤਲਬ ਜੇ ਇਸ ਮੌਕੇ ਜਿਵੇਂ ਆਪਾਂ ਕਹਿੰਦੇ ਮੌਕੇ 'ਤੇ ਸੱਟ ਮਾਰਨ ਵਾਲੀ ਗੱਲ ਹੈ, ਹੁਣ ਮੌਕਾ ਤਾਂ ਹੈਗਾ, ਉਸ ਗੱਲ ਦਾ ਇੱਕ ਮੌਕਾ ਬਣਿਆ ਹੋਇਆ ਹੈਗਾ, ਇਸ ਮੌਕੇ ਉਹ ਸੱਟ ਕਿਵੇਂ ਵੱਜੇ? ਨਹੀਂ, ਇਸ ਮੌਕੇ ਦੇ ਵਿੱਚ ਜਿਹੜੀ ਦੇਖੋ ਸਾਡੀ ਟਰਾਈ ਆ, ਸਾਡੀ ਟਰਾਈ ਇਹ ਹੈ ਵੀ ਅਸੀਂ ਇਹਨਾਂ ਕਾਨੂੰਨਾਂ ਦੇ ਸੰਬੰਧ 'ਚ ਔਰ ਅਸੀਂ ਮਤਲਬ ਜਿੱਥੇ ਵੀ ਜਿਹੜੇ ਵੀ ਧਰਨੇ 'ਚ ਜਾਂਦੇ ਹਾਂ, ਜਿੱਥੇ ਸਾਨੂੰ ਬੋਲਣ ਲਈ ਟਾਈਮ ਮਿਲ ਜਾਂਦਾ, ਅਸੀਂ ਦੋ ਤਰੀਕੇ ਨਾਲ ਆਪਣੀ ਗੱਲ ਆ ਜਿਹੜੀ ਉੱਥੇ ਲੋਕਾਂ ਦੇ ਵਿੱਚ ਰੱਖ ਰਹੇ ਹਾਂ। ਇੱਕ ਅਸੀਂ ਲਿਖਤੀ ਰੂਪ ਦੇ ਵਿੱਚ ਅਸੀਂ ਪਰਚੇ ਛਪਾਏ ਨੇ। ਤੁਸੀਂ ਦੇਖ ਲਓ ਵੀ ਕਿਸੇ ਦੇ ਧਰਨੇ 'ਚ ਕੋਈ ਪਰਚੇ ਨਹੀਂ ਬਣਦਾ, ਦੇਖੋਗੇ ਤੁਸੀਂ ਕਿਸੇ ਜਥੇਬੰਦੀ ਨੂੰ, ਸਿਰਫ ਸਾਡੀ ਜਥੇਬੰਦੀ ਹੋਊਗੀ ਜਿਹੜੀ 2-3 ਟਾਈਪ ਦੇ ਪਰਚੇ ਵੰਡੂਗੀ, ਤਾਂ ਕਿ ਉਹ ਪਰਚੇ ਵੰਡਣ ਦਾ ਸਾਡਾ ਮਤਲਬ ਇਹੀ ਹੈ ਕਿ ਲੋਕ ਜਾਣ ਘਰਾਂ ਦੇ ਵਿੱਚ ਬੈਠ ਕੇ ਉਹ ਆਰਾਮ ਨਾਲ ਪੜ੍ਹਨ, ਉਹਨੂੰ ਇੱਕ ਮਨ ਇੱਕ ਚਿੱਤ ਹੋ ਕੇ ਜਦੋਂ ਉਹ ਸੋਚਣਗੇ ਉਹਨਾਂ ਦਾ। ਔਰ ਬਹੁਤ ਸਾਰੇ ਫੋਨ ਆਉਂਦੇ ਨੇ ਫਿਰ ਸਾਨੂੰ ਬੈਕ ਕਾਲ, ਉਹਦੀ ਸਾਨੂੰ ਮਤਲਬ ਇਨਪੁੱਟ ਆਉਂਦੀ ਆ ਲੋਕਾਂ ਮੰਨਿਓ ਵੀ ਯਾਰ ਅਸੀਂ ਪੜ੍ਹਿਆ, ਅਸੀਂ ਇਹਦਾ ਚਾਹ ਕੀ ਕਰ ਸਕਦੇ ਹਾਂ, ਜੇ ਅਸੀਂ ਆਪਦੇ ਪਰਿਵਾਰ ਜੋਕਰੀ ਕਰੀਏ ਤਾਂ ਕਿਵੇਂ ਕਰੀਏ, ਸਾਨੂੰ ਇਹਦੇ 'ਤੇ ਸੁਜੈਸਟ ਕਰੋ, ਜੇ ਕਰੋ ਉਹ ਕਰੋ, ਐਸਾ ਲੋਕ ਸੋਚ ਰਹੇ ਨੇ। ਦੂਸਰਾ, ਜਿੱਥੇ ਵੀ ਸਾਨੂੰ ਟਾਈਮ ਮਿਲਦਾ ਜਾਂ ਇਹ ਕਿਸਾਨ ਜਥੇਬੰਦੀਆਂ ਜਿੱਥੇ ਸਾਨੂੰ ਟਾਈਮ ਸਪੀਚ ਕਰਨ ਦਾ ਵੀ ਦੇ ਦਿੰਦੀਆਂ ਨੇ, ਅਸੀਂ ਉੱਥੇ ਵੀ ਕਹਿੰਦੇ ਹਾਂ ਵੀ ਭਾਈ ਬਾਬੇ ਨਾਨਕ ਵਾਲੀ ਖੇਤੀ ਤੋਂ ਬਿਨਾਂ ਕੋਈ ਅਲਟਰਨੇਟਿਵ ਦੀਂਦਾ ਨਹੀਂ ਹੈਗਾ, ਇਸ ਕਰਕੇ ਉੱਧਰ ਨੂੰ ਸਾਨੂੰ ਆਉਣਾ ਹੀ ਪੈਣਾ। ਔਰ ਮੈਂ ਤਾਂ ਖਾਸ ਤੌਰ 'ਤੇ ਲੋਕਾਂ ਨੂੰ ਇਹ ਗੱਲ ਕਹਿਣਾ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਇਹ ਫੋਬੀਆ ਪੈਦਾ ਕਰਤਾ ਕਿ DAP ਦੀ ਕਮੀ ਆ ਗਈ ਜੀ, ਯੂਰੀਆ ਨਹੀਂ ਮਿਲਣਾ ਜੀ, ਮੈਂ ਕਹਿੰਦਾ ਯਾਰ ਵੀ DAP ਔਰ ਯੂਰੀਆ ਇੱਕ ਐਸੀ ਚੀਜ਼ ਆ ਜਿਹਨੂੰ ਤੁਸੀਂ ਸਾਲ ਨਹੀਂ ਸਾਂਭ ਕੇ ਰੱਖ ਸਕਦੇ। ਜਿਹਨੇ ਉਹ ਲਿਆਂਦਾ ਯਾਰ ਉਹਦੀ ਜ਼ਿਆਦਾ ਪ੍ਰੋਬਲਮ ਆ ਵੇਚਣ ਵਾਲੇ ਦੀ, ਨਾ ਕਿ ਖਰੀਦਣ ਵਾਲੇ ਦੀ ਉਹਦੀ ਪ੍ਰੋਬਲਮ ਆ, ਵੇਚਣ ਵਾਲੇ ਦੀ ਜ਼ਿਆਦਾ ਪ੍ਰੋਬਲਮ ਆ। ਔਰ ਤੁਸੀਂ ਇਹ ਦੇਖੋ ਕਿ ਮੇਰਾ ਆਪਣਾ ਉਹ ਆ ਮਤਲਬ ਜਿਹੜੀ ਮੇਰੀ ਆਪਣੀ ਰਿਸਰਚ ਇਹ ਕਹਿੰਦੀ ਆ ਕਿ ਹਰਿਆਣੇ 'ਚ ਤਾਂ ਗੱਡੀਆਂ ਬੰਦ ਨਹੀਂ ਹੋਈਆਂ ਜੀ, ਇਹਨਾਂ ਨੇ ਜਾਖਲ ਰੈਕ ਲਾਏ ਨੇ ਜੀ, ਇਹਨਾਂ ਨੇ ਮਤਲਬ ਡੱਬਾ ਵਾਲੀ ਰੈਕ ਲਾਇਆ, ਇਹਨਾਂ ਨੇ ਗੰਗਾਨਗਰ ਰੈਕ ਲਾਇਆ, ਇਹਨਾਂ ਨੇ ਅੰਬਾਲੇ ਰੈਕ ਲਾਏ ਨੇ, ਉੱਥੋਂ ਟਰੱਕਾਂ ਰਾਹੀਂ ਇਹਨਾਂ ਨੇ ਯੂਰੀਆ DAP ਸਾਰੇ ਸਪਲਾਈ ਕਰਤਾ। ਇਹ ਤਾਂ ਸਿਰਫ ਕੁਝ ਵਪਾਰੀ ਲੋਕ ਨੇ ਚੰਦ ਜਿਹੜੇ ਥੋੜਾ ਮਹਿੰਗਾ ਵੇਚਣ ਲਈ ਲੋਕਾਂ ਦੇ ਵਿੱਚ ਫੋਬੀਆ ਕ੍ਰੀਏਟ ਕਰ ਰਹੇ ਨੇ। ਨਹੀਂ, ਪ੍ਰੋਬਲਮ ਕੀ ਹੈ? ਕੋਈ ਯੂਰੀਆ DAP ਦੀ ਪ੍ਰੋਬਲਮ ਹੀ ਨਹੀਂ। ਮੇਰੀ ਸੁਸਾਇਟੀ 'ਚ ਬਥੇਰਾ DAP ਪਿਆ, ਸਾਡੇ ਰੱਲੇ ਦੀ ਤੇ ਭੋਪਾਲਾਂ ਦੀ ਸੁਸਾਇਟੀ ਸਾਡੀ ਕੋਆਪਰੇਟਿਵ ਸਾਂਝੀ ਆ। ਸਗੋਂ ਮੈਨੂੰ ਕਹਿ ਰਹੇ ਸੀ, ਕਹਿੰਦੇ ਜੀ ਹੁਣ ਇਹਦਾ ਕੀ ਕਰੀਏ, ਹੁਣ ਲੈਣ ਤਾਂ ਕੋਈ ਆਉਂਦਾ ਨਹੀਂ, ਪਹਿਲਾਂ ਲੋਕ ਕਹਿੰਦੇ ਊਂ ਲੈ ਕੇ ਚੱਕ ਕੇ। ਮਤਲਬ ਸਾਡੇ ਲੋਕਾਂ ਦੇ ਵਿੱਚ ਵੀ ਇਹ ਚੇਤਨਤਾ ਆਉਣੀ ਚਾਹੀਦੀ ਹੈ ਨਾ ਵੀ ਰਿਲਾਇੰਸ ਦੇ ਪੰਪ ਮੂਹਰੇ ਤਾਂ ਅਸੀਂ ਬਹਿ ਗਏ ਵੀ ਇਹਦਾ ਪੰਪ ਨਹੀਂ ਵਿਕਣ ਦੇਣਾ। DAP ਦਾ ਇੰਡੀਆ 'ਚ ਇੱਕ ਵੀ ਕਾਰਖਾਨਾ ਨਹੀਂ ਹੈਗਾ ਜੀ, DAP ਸਾਰੇ ਦਾ ਸਾਰਾ ਆਉਂਦਾ ਬਾਹਰੋਂ ਜੀ, ਕਾਂਡਲੇ ਲੱਗਦਾ ਜੀ ਪੂਰੇ ਦਾ ਪੂਰਾ, ਮਤਲਬ ਜਿਹੜਾ ਕਾਇਦਾ ਇੱਕ ਸ਼ਿਪ ਜੀ। ਔਰ ਉਹਦੇ 'ਚ ਕੀ ਹੁੰਦਾ, ਜਿਹੜੀਆਂ ਸਾਡੀਆਂ ਇਹ ਕੰਪਨੀਆਂ ਨੇਗੀਆਂ ਇਹ ਸਿਰਫ ਉੱਥੇ ਪੈਕਿੰਗ ਕਰਦੀਆਂ ਨੇ ਜੀ। ਕਰਿੰਬਕੋ ਵਾਲਿਆਂ ਨੇ ਆਪਣੇ ਮਤਲਬ ਸਾਂਚੇ 'ਚ ਉਹ ਕਰ ਲੈਣਾ, ਟਾਟੇ ਵਾਲਿਆਂ ਨੇ ਆਪਣੇ ਉਹੀ ਯੂਰੀਆ, ਉਹਨਾਂ ਨੇ ਸਿਰਫ ਮਾਰਕਿੰਗ ਕਰਕੇ ਉਹੀ ਕਰਨਾ, ਹੋਰ ਕੁਝ ਨਹੀਂ ਕਰਨਾ। ਔਰ ਅਸੀਂ ਉਹਦਾ ਬਾਈਕਾਟ ਕਰਨ ਲਈ ਤਿਆਰ ਨਹੀਂ ਹੈਗੇ। ਮੈਂ ਤਾਂ ਕਿਸਾਨਾਂ ਨੂੰ ਇਹ ਗੱਲ ਦਾ ਕਹਿਣਾ ਵੀ ਤੁਸੀਂ ਜਿੰਨਾ ਚਿਰ ਤੁਸੀਂ ਮਲਟੀਨੈਸ਼ਨਲ ਕੰਪਨੀਆਂ ਦੇ ਬੀਜਾਂ ਦਾ, ਮਲਟੀਨੈਸ਼ਨਲ ਕੰਪਨੀਆਂ ਦੀਆਂ ਦਵਾਈਆਂ ਦਾ, ਟਰੈਕਟਰ, ਮਲਟੀਨੈਸ਼ਨਲ ਕੰਪਨੀਆਂ ਦੇ ਜਿਹੜੇ ਟਰੈਕਟਰ ਉਹਨਾਂ ਦੇ ਸਾਰੇ ਪ੍ਰੋਡਕਟ ਦਾ ਵੱਧ ਤੋਂ ਵੱਧ ਬਾਈਕਾਟ ਨਹੀਂ ਕਰਦੇ। ਚਲੋ ਆਪਾਂ ਮੈਂ ਇਹ ਨਹੀਂ ਕਹਿੰਦਾ ਵੀ ਅੱਜ ਸਾਰੇ ਕਾਸੇ ਦਾ ਹੋ ਜਾਊਗਾ, ਮਤਲਬ ਮੈਕਸਿਮਮ ਹੱਦ ਤੱਕ ਅਸੀਂ ਟਰਾਈ ਕਰੀਏ। ਟਰੈਕਟਰ ਦਾ ਉਹਦੀ ਕਹਿੰਦੇ ਜੌਨ ਡੀਅਰ ਚਾਹੀਦਾ, ਹਾਂ, ਅਸੀਂ ਉਹਨੂੰ ਮਤਲਬ ਉਹਨੂੰ ਕਿਵੇਂ ਘਟਾਈਏ। ਅਸੀਂ ਯਾਰ ਪ੍ਰੋਡਕਸ਼ਨ ਘਟਾ ਸਕਦੇ ਹਾਂ, ਅਸੀਂ ਏਡੀ ਕਿੱਡੀ ਗੱਲ ਆ। ਮਤਲਬ ਇਹੀ ਆ ਵੀ ਥੋੜੀ ਪ੍ਰੋਡਕਸ਼ਨ ਘਟ ਜੂ, ਔਰ ਜਦੋਂ ਸਾਡੀ ਖਰੀਦਣੀ ਨਹੀਂ ਕਿਸੇ ਨੇ, ਜੇ ਘਟ ਜੂਗੀ ਸ਼ਾਇਦ ਇਹਦੀ ਡਿਮਾਂਡ ਵੀ ਵੱਧ ਜੇ। ਇਸ ਕਰਕੇ ਨੈਚੁਰਲ ਖੇਤੀ ਆ ਜਿਹੜੀ ਇੱਧਰ ਨੂੰ ਆਉਣਾ, ਇਹ ਸਾਰੇ ਕਾਸੇ ਦਾ ਸਹੀ ਬਦਲ ਬਣੂਗਾ। ਅਗਰ ਅਸੀਂ ਇੱਧਰ ਨੂੰ ਨਹੀਂ ਆਉਂਦੇ ਤਾਂ ਫਿਰ ਇਹ ਲੜਾਈਆਂ ਨੇ ਸਾਡੇ ਕੋਲੇ, ਪਹਿਲਾਂ ਬੀਜਣ ਵੇਲੇ ਲੜਾਈ
ਹੈ। ਫਿਰ ਮਤਲਬ ਆਪਣਾ ਪਾਵਰ ਛਡਾਉਣ ਵੇਲੇ ਲੜਾਈ, ਪਾਣੀ ਦੀ ਲੜਾਈ, ਫਿਰ ਪਾਣੀ ਦੀ ਲੜਾਈ, ਜਾਣੇ ਲੜਾਈ ਵੀ ਲੜਾਈ ਹੈ। ਔਰ ਇਸ ਕਰਕੇ ਇਹਨੇ ਸਾਡਾ ਜਿਹੜਾ ਇਹ ਮਤਲਬ ਕਣਕ ਝੋਨੇ ਦਾ ਫਸਲੀ ਚੱਕਰ ਆ, ਇਹਨੇ ਸਾਡੇ ਕਲਚਰ ਤੇ ਵੀ ਅਸਰ ਪਾਤਾ। ਕੋਈ ਬੱਚਾ ਸਾਡਾ ਖੇਤ ਹੀ ਜਾਣੋਂ ਹਟ ਗਏ ਸਾਡੇ। ਲੋਕ ਤਾਂ ਇਹ ਕਹਿੰਦੇ ਨੇ ਵੀ ਇਹਨਾਂ ਦੇ ਬੱਚੇ ਮੋਟਰਸਾਈਕਲਾਂ ਤੇ ਜਾਂਦੇ ਨੇ। ਮੈਂ ਕਹਿੰਦਾ ਭਾਵੇਂ ਕਾਰ ਤੇ ਜਾਣ, ਖੇਤ 'ਚ ਤਾਂ ਜਾਣ। ਹੁਣ ਤਾਂ ਸਾਡੇ ਬੱਚੇ ਖੇਤ ਹੀ ਭੁੱਲਦੇ ਜਾ ਰਹੇ ਨੇ ਯਾਰ, ਵੀ ਸਾਡਾ ਖੇਤ ਕਿੱਥੇ ਤੱਕ ਆ, ਵੱਟ ਵੀ ਨਹੀਂ ਜਾਣਦੇ। ਹਾਂ, ਇਸ ਕਰਕੇ ਕਿਉਂਕਿ ਜਿਹੜੀਆਂ ਸਾਡੇ ਦੂਸਰੀਆਂ ਫਸਲਾਂ ਨੇ ਉਹਦੇ 'ਚ ਤੁਹਾਨੂੰ ਖੇਤ ਜ਼ਰੂਰ ਜਾਣਾ ਪਊ। ਹੁਣ ਜਿਵੇਂ ਸਾਡੇ ਨਰਮ, ਹੁਣ ਨਰਮਾ ਸਾਡੇ ਮਤਲਬ ਚੁਗਣ ਨਹੀਂ ਜਾਣਗੇ, ਚਕਾਉਣ ਜਾਣਗੇ, ਤਲਾਈਆਂ ਤੋਂ ਤਲਾਈ ਕਰਨੀ ਪਊ, ਕੁਛ ਤਾਂ ਕਰਨਾ ਪਊ। ਫਿਰ ਚੱਕ ਕੇ ਵੀ ਮਤਲਬ ਚਾਹੇ ਰੇੜੇ ਤੇ ਬਲਦ ਰੇੜੇ ਤੇ ਲਿਆਈਏ, ਚਾਹੇ ਟਰੈਕਟਰ ਤੇ ਲਿਆਈਏ, ਚੱਕ ਕੇ ਘਰੇ ਵੀ ਲਿਆਉਣਾ ਹੀ ਪਊ। ਇਹਦੇ ਚ ਕੁਛ ਵੀ ਨਹੀਂ ਕਰਨਾ, ਸਿੱਟੀਆਂ ਕੱਢਣੀਆਂ, ਪੱਟਣੀਆਂ, ਉਸ ਵਿਹਲਾ ਕਰਨਾ। ਹੁਣ ਪੂਰਾ ਐ ਹੋਇਆ ਪਿਆ ਵੀ ਟਿੰਡਿਆਂ ਦਾ ਕੀ ਕਰੀਏ, ਨੌਕਰਾਂ ਤੋਂ ਹੀ ਕਰਾਉਣਾ। ਅੱਜ ਵੀ ਮੇਰੇ ਕੋਲੇ ਤੜਕੇ ਮਤਲਬ ਇਹ ਗੱਲ ਹੋਈ ਸੀ ਵੀ ਟਿੰਡੇ ਬਾਹਲੇ ਬਚਣਗੇ ਜੀ, ਉਹਦਾ ਕੀ ਕਰੀਏ। ਮਹਾ ਯਾਰ ਇੱਕ ਕਿਆਰਾ ਰੱਖ ਲਓ ਭਾਈ। ਕਹਿੰਦੇ ਫਿਰ ਉਹ ਕਿਆਰੇ ਦਾ ਕੀ ਕਰਾਂਗੇ। ਮਹਾ ਯਾਰ ਕਿਆਰੇ 'ਚ ਉਹਦੇ 'ਚ ਆਪਾਂ 4 ਬੋਰੇ ਇਹਦੇ ਮਤਲਬ ਇਸ ਦੇ ਕੱਢ ਦਿਆਂਗੇ, ਤਾਰੇ ਮੀਰੇ ਦੇ। ਮੈਂ ਤਾਰਾ ਮੀਰਾ ਤਾਂ ਯਾਰ ਲੋਹੜੀ ਤੱਕ ਵੀ ਬੀਜਿਆ ਜਾ ਸਕਦਾ ਹੁੰਦਾ। ਉਹ ਕਹਿੰਦੇ ਚੱਲ ਐਂ ਕਰ ਲੈਂਦੇ ਆ। ਮਤਲਬ ਇਹ ਹੈ ਵੀ ਸਾਡੇ ਕੋਲੇ ਜੇ ਅਸੀਂ ਗੱਲ ਕਰੀਏ ਤਾਂ ਅਲਟਰਨੇਟਿਵ ਸਾਡੇ ਕੋਲੇ ਹੈਗਾ, ਬਹੁਤ ਅਲਟਰਨੇਟਿਵ। ਬਿਲਕੁਲ, ਹਾਂਜੀ। ਹਾਂ, ਮਤਲਬ ਗੱਲ ਸਾਡੀ ਜ਼ਿਆਦਾ ਇਹ ਆ ਕਿ ਸਾਨੂੰ ਸਮਝ ਕਿੰਨੀ ਕੁ ਆਉਂਦੀ ਆ, ਅਸੀਂ ਉਸ ਸਮਝ ਤੇ ਚੱਲਦੇ ਕਿੰਨਾ ਕੁ, ਕਿਉਂਕਿ ਖੇਤੀ ਕੋਈ ਵਪਾਰ ਨਹੀਂ ਹੈਗੀ, ਇਹਦੇ ਚੋਂ ਪੈਸਾ ਨਹੀਂ ਵੱਧ ਮਿਲਦਾ ਹੈਗਾ। ਇਹ ਗੱਲ ਤਾਂ ਪੱਕੀ ਗੱਲ ਆ। ਔਰ ਸਮਾਜ ਨਾਲ ਸਾਨੂੰ ਕਿਸਾਨਾਂ ਨੂੰ ਸਮਝੌਤਾ ਕਰਨਾ ਪਊ। ਜੇ ਸਮਾਜ ਨੇ ਸਾਥੋਂ ਸ਼ੁੱਧ ਖੁਰਾਕ ਲੈਣੀ ਆ ਤਾਂ ਸਮਾਜ ਸਾਡੇ ਕਿਸਾਨਾਂ ਦੀ ਸਮਾਜਿਕ ਸੁਰੱਖਿਆ ਦੀ ਗਰੰਟੀ ਦੇਵੇ। ਉਹਨੂੰ ਵੀ ਸਾਡੀ ਸਮਾਜ ਨੂੰ ਸਾਡੇ ਬੱਚਿਆਂ ਦੀ ਪੜ੍ਹਾਈ ਦਾ, ਸਾਡੀ ਬਿਮਾਰੀ ਦੇ ਟਾਈਮ ਦਾ, ਜਾਂ ਸਾਡੇ ਕਿਸੇ ਵੀ ਦੁੱਖ ਦੇ ਸੁੱਖ ਦੇ 'ਚ ਸਾਡੀ ਉਹ ਸਿਕਿਉਰਿਟੀ ਬਣੇ ਜੀ। ਔਰ ਜਿਵੇਂ ਮਤਲਬ ਕਈ ਕੈਪੀਟਲਿਸਟ ਕੰਟਰੀਆਂ ਦੇ ਵਿੱਚ ਵੀ ਇਹ ਸਿਕਿਉਰਿਟੀ ਹੈ। ਤੁਹਾਡੀ ਹੈਲਥ ਦੀ ਇੰਸ਼ੋਰੈਂਸ ਹੋਵੇ, ਬੱਚਿਆਂ ਦੀ ਇੰਸ਼ੋਰੈਂਸ ਹੋਵੇ, ਉਹਨਾਂ ਦੀ ਪੜ੍ਹਾਈ ਦੀ ਗਰੰਟੀ ਹੋਵੇ, ਔਰ ਚੰਗੇ ਸਕੂਲ ਕਾਲਜਾਂ ਦੇ ਵਿੱਚ ਸਾਡੇ ਬੱਚੇ ਵੀ ਪੜ੍ਹਨ, ਔਰ ਉਹ ਮਤਲਬ ਇੱਧਰ ਆਉਣ। ਔਰ ਫਿਰ ਨਾਲ ਦੀ ਨਾਲ ਇਹ ਆ ਵੀ ਉਹਨਾਂ ਨੂੰ ਜੋਬ ਆ। ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬਗੈਰ ਕੁਦਰਤੀ ਖੇਤੀ ਤੋਂ ਜੋਬ ਕਿਤੇ ਨਹੀਂ ਹੈਗੀ ਜੀ। ਅੱਜ ਜੇ ਤੁਸੀਂ ਇੰਡਸਟਰੀ 'ਚ ਜੋਬ ਦੀ ਗੱਲ ਕਰੋਗੇ ਜਾਂ ਸਰਵਿਸ ਸੈਕਟਰ ਦੇ ਵਿੱਚ ਜੋਬ ਦੀ ਗੱਲ ਕਰੋਗੇ, ਕਿਤੇ ਨਹੀਂ ਜੋਬ ਜੀ। ਇਹ ਤਾਂ ਡਰਾਈਵਰਲੈਸ ਤਾਂ ਕਾਰ ਲੈ ਯਾਰ, ਜੋਬ ਕਾਹਦੀ ਦੇਣਗੇ। ਔਰ ਕੱਲ ਨੂੰ ਡਰਾਈਵਰਲੈਸ ਟਰੱਕ ਆ ਜਾਣਗੇ। ਆਪਣੇ ਵਾਲੇ ਪੰਜਾਬੀ ਤਾਂ ਵਿਹਲੇ ਨੇ ਸਾਰੇ, ਫਿਰ ਡਰਾਈਵਰ ਨੇ ਜਿਹੜੇ, ਉਹਨਾਂ ਨੂੰ ਤਾਂ ਘਰਾਂ ਨੂੰ ਭੇਜ ਦੇਣਗੇ ਜੀ। ਫਿਰ ਤੁਹਾਡੇ ਕੋਲ ਜੋਬ ਕੀ ਹੈ? ਜੋਬ ਸਿਰਫ ਇਹੀ ਆ ਕਿ ਐਗਰੀਕਲਚਰ ਦੇ ਵਿੱਚ ਹੀ ਜੋਬ ਆ। ਐਗਰੀਕਲਚਰ ਨਾਲ ਰਿਲੇਟਡ ਸਾਰੀ ਸਨਅਤ ਆ ਜਿਹੜੀ, ਉਹਨੂੰ ਵੀ ਅਸੀਂ ਕੋਆਪਰੇਟਿਵਲੀ ਹੈਂਡਲ ਕਰੀਏ, ਡੈਰੀ ਨੂੰ ਵੀ ਅਸੀਂ ਕੋਆਪਰੇਟਿਵਲੀ ਹੈਂਡਲ ਕਰੀਏ। ਇਹ ਸਾਰੀਆਂ ਚੀਜ਼ਾਂ ਮਿਲ ਕੇ ਕਿਸਾਨ ਵੀ ਖੁਸ਼ਹਾਲ ਹੋ ਸਕਦਾ, ਸਮਾਜ ਵੀ ਪੂਰਾ ਤੰਦਰੁਸਤ ਬਣ ਸਕਦਾ, ਬਿਮਾਰੀਆਂ ਬਮੂਰੀਆਂ ਤੋਂ ਕਿਹੜਾ ਛੁੱਟ ਸਕਦਾ। ਆ ਜਿਹੜਾ ਇਨਵਾਇਰਮੈਂਟ ਨਾਲ ਆ ਕੋਵਿਡ ਵਗੈਰਾ ਆ ਰਹੇ ਨੇ, ਇਹਨਾਂ ਤੋਂ ਵੀ ਅਸੀਂ ਨਿਜਾਤ ਪਾ ਸਕਦੇ ਹਾਂ। ਨਹੀਂ ਤਾਂ ਪਤਾ ਨਹੀਂ ਕੱਲ੍ਹ ਨੂੰ ਕੋਈ ਹੋਰ ਐਸਾ ਵਾਇਰਸ ਆ ਗਿਆ ਜਿਹਨੂੰ ਇਹਨਾਂ ਨੇ ਮਹਾਮਾਰੀ ਡਿਕਲੇਅਰ ਕਰਤਾ, ਪਤਾ ਨਹੀਂ ਕੀ ਹੋਊ, ਕੌਣ ਬਚੂ ਕੌਣ ਮਰੂ। ਇਸ ਕਰਕੇ ਕੁਦਰਤੀ ਖੇਤੀ ਔਰ ਵਾਤਾਵਰਨ ਔਰ ਆਉਣ ਵਾਲੇ ਸਾਡੇ ਜਿਹੜੀ ਸਾਡੀ ਜਨਰੇਸ਼ਨ ਆ ਉਹਦਾ ਫਿਊਚਰ, ਇਹਨਾਂ ਤਿੰਨਾਂ ਚੀਜ਼ਾਂ ਨੂੰ ਜੋੜ ਕੇ ਅਸੀਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਜੀ। ਸੋ ਦਰਸ਼ਕੋ, ਭੁਪਾਲ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਔਰ ਸਰਲ ਢੰਗ ਦੇ ਨਾਲ ਜਿਹੜੀ ਇਹ ਗੱਲ ਸਮਝਾਈ ਹੈ ਵੀ ਜਿਹੜਾ ਇਹ ਖੇਤੀ ਦਾ ਸੰਕਟ ਹੈ, ਇਹਦੇ ਜਿਹੜੇ ਅੰਦੋਲਨਾਂ ਨਾਲ ਵਕਤੀ ਹੱਲ ਤਾਂ ਹੋ ਸਕਦੇ ਆ, ਪਰ ਇਹਦੇ ਜੇ ਪੱਕੇ ਹੱਲ ਕਰਨੇ ਆ ਨਾ, ਉਹਦੇ ਲਈ ਕਿਸਾਨਾਂ ਨੂੰ ਖੁਦ ਤਰੱਦਦ ਕਰਨਾ ਪੈਣਾ, ਕਿਸਾਨਾਂ ਨੂੰ ਖੁਦ ਆਪਣੇ ਆਪ ਨੂੰ ਬਦਲਣਾ ਪੈਣਾ ਔਰ ਕੁਦਰਤੀ ਖੇਤੀ ਵੱਲ, ਉਸੇ ਬਾਬੇ ਨਾਨਕ ਵਾਲੀ ਖੇਤੀ ਵੱਲ ਮੁੜਨਾ ਪੈਣਾ ਗਾ। ਸੋ ਤੁਸੀਂ ਸਾਡੇ ਅੱਜ ਸਟੂਡੀਓ ਆਏ, ਬਹੁਤ ਵਧੀਆ ਗੱਲਾਂ ਦੱਸੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।